है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ, बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है तू कुर्बानी दा बानी है। सारे औकड़ पिया भरावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ऐ पंजाब करां की सिफ्त तेरी, ऐ पंजाब करां की सिफ्त तेरी। ओ, तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपना तजई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब ऐ पंजाब। ਪੰਜਾਬ ਦਰਸ਼ਨ ਤੇ ਆਪ ਸਭ ਦਾ ਸਵਾਗਤ ਹੈ। ਅੱਜ ਪੰਜਾਬ ਦਰਸ਼ਨ ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬੇਹੱਦ ਖੁਸ਼ੀ ਹੋਏਗੀ ਕਿ ਅੱਜ ਸਾਡੇ ਕੋਲ
ਉਹ ਹਸਤੀ ਅੱਜ ਆਏ ਹਨ ਜਾਂ ਅਸੀਂ ਉਹਨਾਂ ਕੋਲ ਜਾ ਰਹੇ ਹਾਂ, ਜਿਨ੍ਹਾਂ ਤੇ ਅਸੀਂ ਪੰਜਾਬ ਦੇ ਸਾਰੇ ਲੋਕ ਅਸੀਂ ਬਹੁਤ ਜ਼ਿਆਦਾ ਮਾਣ ਕਰ ਸਕਦੇ ਹਾਂ। ਜਿਨ੍ਹਾਂ ਨੂੰ ਅਸੀਂ ਖ਼ਾਸ ਤੌਰ ਤੇ ਮੈਂ ਸਮਝਦਾ ਕਿ ਥੀਏਟਰ ਦੀ ਦੇਵੀ ਕਹਿ ਸਕਦੇ ਹਾਂ। ਮੇਰੀ ਮੁਰਾਦ ਡਾਕਟਰ ਨੀਲਮ ਮਾਨ ਸਿੰਘ ਚੌਧਰੀ ਜੀ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਖੇਤਰ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਲਈ ਉਹਨਾਂ ਨੂੰ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆ ਤੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਥੀਏਟਰ ਦੇ ਪ੍ਰੋਫੈਸਰ ਐਮੈਰਿਟਸ ਹਨ। ਪੰਜਾਬ ਵਿੱਚ ਨਾਟਕ ਇਹਦੀ ਉਸ ਤਰ੍ਹਾਂ ਸਾਡੇ ਸਾਹਮਣੇ ਕੋਈ ਜ਼ਬਰਦਸਤ ਪਰੰਪਰਾ ਨਹੀਂ ਹੈ। ਅਕਸਰ ਪੰਜਾਬੀ ਵਿੱਚ ਇਹ ਸਮਝ ਲਿਆ ਜਾਂਦਾ ਕਿ ਪੰਜਾਬੀ ਨਾਟਕ ਇਹ ਪੱਛਮ ਤੋਂ ਪ੍ਰਭਾਵ ਵਿੱਚ ਆਇਆ। ਮੈਨੂੰ ਯਾਦ ਹੈ ਕਿ ਮੈਂ BA ਦੇ ਵਿੱਚ ਇੱਕ ਕਿਤਾਬ ਲੱਗੀ ਸੀ ਪ੍ਰੋਜ਼ ਦੀ, ਸਰਦਾਰ ਕਪੂਰ ਸਿੰਘ ICS ਦੀ ਕੁੰਦਰੀਕ। ਉਹਦੇ ਵਿੱਚ ਇੱਕ ਲੇਖ ਸੀ, ਉਹਨਾਂ ਦਾ ਨਿਬੰਧ ਸੀ ਇੱਕ ਭਾਰਤੀ ਨਾਟਕ, ਤੇ ਉਹਦੇ ਵਿੱਚ ਉਹਨਾਂ ਨੇ ਬੜਾ ਹੀ ਜ਼ਬਰਦਸਤ ਤੱਥ ਇੱਕ ਸਾਡੇ ਸਾਹਮਣੇ ਰੱਖਿਆ ਕਿ ਜਿਸ ਵੇਲੇ ਭਾਰਤ ਦਾ ਸੰਸਕ੍ਰਿਤ ਨਾਟਕ ਪੈਦਾ ਹੋ ਕੇ ਵੱਧ ਫੁੱਲ ਕੇ ਆਪਣੀ ਚਰਮ ਸੀਮਾ ਤੱਕ ਪੁੱਜਾ ਔਰ ਉਹ ਤੋਂ ਬਾਅਦ ਭਾਰਤ ਵਿੱਚ ਨਾਟਕ ਦੀ ਪਰੰਪਰਾ ਖਤਮ ਹੋ ਗਈ, ਉਸ ਵੇਲੇ ਤੱਕ ਪੱਛਮ ਨੂੰ ਨਾਟਕ ਦਾ ਪਤਾ ਵੀ ਨਹੀਂ ਸੀ। ਅੱਜ ਅਸੀਂ ਜਦੋਂ ਵੀ ਪੰਜਾਬੀ ਜਾਂ ਭਾਰਤੀ ਨਾਟਕ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਨਾਟਕ ਦੀਆਂ ਜੜ੍ਹਾਂ ਪੱਛਮ ਵਿੱਚ ਹਨ। ਪਰ ਬਹੁਤ ਘੱਟ ਲੋਕ ਜਾਂ ਸਿਆਣੇ ਲੋਕ, ਵਿਦਵਾਨ ਲੋਕ ਜਾਣਦੇ ਆ ਕਿ ਸਾਡੇ ਨਾਟਕ ਦੀਆਂ ਜੜ੍ਹਾਂ ਇੱਥੇ ਭਾਰਤ ਵਿੱਚ ਹੀ ਬੜੀਆਂ ਮਜ਼ਬੂਤ, ਬੜੀਆਂ ਪ੍ਰੌੜ ਜਿਹੜੀਆਂ ਜੜ੍ਹਾਂ ਹਨ। ਜਿਵੇਂ ਸਰਦਾਰ ਕਪੂਰ ਸਿੰਘ ਨੇ ਆਪਣੇ ਉਸ ਨਿਬੰਧ ਵਿੱਚ ਭਾਰਤ ਸ਼ਬਦ ਦੀ ਐਟੀਮੋਲੋਜੀ ਵੀ ਦੱਸੀ ਸੀ, ਵੀ ਭਾਰਤ ਸ਼ਬਦ ਦੀ ਐਟੀਮੋਲੋਜੀ ਵੀ ਨਾਟਕ ਹੈਗੀ ਆ। ਭਾਰਤ ਯਾਨੀ ਕਿ ਉਹ ਬੰਦਾ ਜਿਹੜਾ ਕੋਈ ਕਾਰਜ ਕਰ ਰਿਹਾ, ਜਿਹੜਾ ਕੋਈ ਐਕਟ ਕਰ ਰਿਹਾ। ਤੇ ਮੈਂ ਆਪਣੇ ਬਾਰੇ ਥੋੜ੍ਹਾ ਦੱਸ ਦੇਵਾਂ ਕਿ ਮੈਂ ਇੱਕ ਪੰਜਾਬੀ ਦਾ ਟੀਚਰ ਹਾਂ ਤੇ ਮੈਂ ਗਲਪ ਪੜ੍ਹਾਉਣਾ ਤੇ ਗੁਰਮਤਿ ਦਾ ਪੇਪਰ ਪੜ੍ਹਾਉਣਾ ਆਪਣੇ ਕਾਲਜ ਵਿੱਚ, ਤੇ ਮੇਰਾ ਵਿਸ਼ੇਸ਼ ਮੇਰਾ ਰੁਝਾਨ ਇਹਨਾਂ ਵਿਸ਼ਿਆਂ ਵਿੱਚ ਹੈ। ਤੇ ਮੈਨੂੰ ਆਪਣੇ ਪੜ੍ਹਾਈ ਦੇ ਦੌਰਾਨ ਨਾਟਕ ਪੜ੍ਹਨ ਵਿੱਚ ਬਹੁਤ ਜ਼ਿਆਦਾ ਔਖਾ ਲੱਗਦਾ ਸੀਗਾ। ਨਾਟਕ ਪੜ੍ਹਨ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ। ਲੇਕਿਨ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਗਿਆ ਤੇ ਪੰਜਾਬ ਯੂਨੀਵਰਸਿਟੀ ਮੇਰਾ 3 ਨੰਬਰ ਹੋਸਟਲ ਸੀਗਾ ਤੇ ਉਹਦੇ ਨਾਲ ਜਿਹੜਾ ਸੀਗਾ ਥੀਏਟਰ ਡਿਪਾਰਟਮੈਂਟ, ਤੇ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ। ਤੇ ਜਦੋਂ ਮੈਂ ਥੀਏਟਰ ਵਿੱਚ ਗਿਆ ਤੇ ਉੱਥੇ ਨਾਟਕ ਦੀ ਰਿਹਰਸਲ ਹੁੰਦੀ ਦੇਖੀ ਤੇ ਮੈਂ ਇੱਕਦਮ ਹੈਰਾਨ ਰਹਿ ਗਿਆ ਕਿ ਐਡੀ ਵੱਡੀ ਕਲਾ ਤੇ ਜਿਹਦਾ ਮੈਨੂੰ ਬਿਲਕੁਲ ਪਤਾ ਹੀ ਨਹੀਂ ਹੈ। ਤੇ ਮੈਂ ਉੱਥੇ ਅਕਸਰ ਜਦੋਂ ਵੀ ਵਿਹਲ ਮਿਲਦਾ ਤੇ ਮੈਂ ਉਹ ਥੀਏਟਰ ਵਿੱਚ ਚਲਾ ਜਾਂਦਾ ਸੀਗਾ ਤੇ ਉਹ ਰਿਹਰਸਲਾਂ ਦੇਖਦਾ ਹੁੰਦਾ ਸੀਗਾ। ਤੇ ਉੱਥੇ ਮੈਂ ਜਿਹੜੇ ਪਲੇਅ ਉਹਨਾਂ ਦੀਆਂ ਰਿਹਰਸਲਾਂ ਦੇ ਸਮੇਤ 8-8, 10-10 ਵਾਰੀ ਉਹਨਾਂ ਦੀਆਂ ਰਿਹਰਸਲਾਂ ਦੇਖੀਆਂ ਤੇ ਉਹ ਪਲੇਅ ਦੇਖੇ। ਤੇ ਮੈਂ ਉਹ ਅੱਗ ਦੇ ਕਲੀਰੇ, ਸ਼ਹਿਰ ਕੀ ਔਰਤ ਭਲੀ ਰਾਮ ਕਲੀ, ਸ਼ਕੁੰਤਲਾ ਕੀ ਅੰਗੂਠੀ, ਆਗਰਾ ਬਾਜ਼ਾਰ, ਇਹ ਮੈਂ ਪਲੇਅ ਦੇਖੇ ਤੇ ਮੇਰਾ ਬਹੁਤ ਜ਼ਿਆਦਾ ਦਿਲਚਸਪੀ ਜਿਹੜੀ ਆ ਨਾਟਕ ਦੇਖਣ ਵਿੱਚ ਬਣੀ, ਪੜ੍ਹਨ ਵਿੱਚ ਨਹੀਂ ਬਣੀ। ਤੇ ਮੈਨੂੰ ਇੱਕ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਗਰਾ ਬਾਜ਼ਾਰ ਜਦੋਂ ਉੱਥੇ ਖੇਡਿਆ ਜਾ ਰਿਹਾ ਸੀਗਾ ਥੀਏਟਰ ਡਿਪਾਰਟਮੈਂਟ ਵਿੱਚ, ਤੇ ਇੱਕ ਦਿਨ ਮੈਡਮ ਨੀਲਮ ਮਾਨ ਸਿੰਘ ਜੀ ਆਪਣੇ ਦੋਨਾਂ ਬੱਚਿਆਂ ਦੇ ਸਮੇਤ ਉਹ ਦੇਖਣ ਆਏ ਸੀਗੇ। ਉਹ ਪਲੇਅ ਇਸ ਤਰ੍ਹਾਂ ਸੀਗਾ ਕਿ ਉਹ ਅਸੀਂ ਜ਼ਮੀਨ ਤੇ ਬੈਠ ਕੇ ਦੇਖਣਾ ਸੀਗਾ ਤੇ ਉਹਦੇ ਇੱਕ ਸੀਨ ਦੇ ਵਿੱਚ ਕੁਝ ਜ਼ਰੂਰਤ ਸੀ, ਕੁਝ ਬੱਚੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਵੈਸੇ ਹੀ ਐਵੇਂ ਘੁੰਮਣਾ ਸੀਗਾ ਤੇ ਮੈਡਮ ਦੇ ਨਾਲ ਛੋਟੇ-ਛੋਟੇ ਉਹਨਾਂ ਦੇ ਬੇਟੇ ਬੈਠੇ ਸੀ ਤੇ ਉਹ ਵਾਰ-ਵਾਰ ਪੁੱਛ ਰਹੇ ਸੀਗੇ। ਉਸ ਦਿਨ ਉਹਨਾਂ ਨੇ ਉਹਦੇ ਵਿੱਚ ਘੁੰਮਣਾ ਸੀਗਾ ਤੇ ਉਹ ਵਾਰ-ਵਾਰ ਪੁੱਛ ਰਹੇ ਸੀਗੇ ਵੀ ਆਪਣੇ ਮੈਡਮ ਨੂੰ ਵੀ ਅਸੀਂ ਕਦੋਂ ਵਿੱਚ ਉਹਦੇ ਘੁੰਮਣਾ ਆ। ਤੇ ਮੈਡਮ ਵਾਰ-ਵਾਰ ਉਹਨੂੰ ਚੁੱਪ ਕਰਾਉਂਦੇ ਸੀਗੇ ਵੀ ਚੁੱਪ ਕਰੋ ਵੀ ਤੁਹਾਡੀ ਵਾਰੀ ਆਊਗੀ, ਤੁਸੀਂ ਵੀ ਬੱਚਿਓ ਤੇ ਘੁੰਮੋਗੇ। ਫਿਰ ਮੈਨੂੰ ਯਾਦ ਹੈ ਕਿ ਜਦੋਂ ਉਹ ਸੀਨ ਆਇਆ ਸੀਗਾ ਬੱਚਿਆਂ ਵਾਲਾ ਤੇ ਉਹਦੇ ਵਿੱਚ ਉਹ ਬੱਚੇ ਘੁੰਮਦੇ ਸੀਗੇ ਤੇ ਉਹ ਬੜੇ ਖੁਸ਼ ਹੋਏ ਸੀਗੇ। ਤੇ ਮੈਂ ਇਹ ਦੇਖ ਰਿਹਾ ਸੀਗਾ ਵੀ ਮੈਡਮ ਜਿਹੜੇ ਆ ਨਾਟਕ ਨਾਲ ਸੰਬੰਧਿਤ ਹੈਗੇ ਆ, ਇਹਨਾਂ ਦੇ ਬੱਚਿਆਂ ਦੇ ਵਿੱਚ ਕਿੰਨਾ ਇਹ ਸ਼ੌਂਕ ਹੈਗਾ ਨਾਟਕ ਦਾ, ਕਿੰਨੀ ਕਿਊਰਿਓਸਿਟੀ ਦੇ ਨਾਲ, ਕਿੰਨੇ ਸ਼ੌਂਕ ਦੇ ਨਾਲ ਉਹਨਾਂ ਨੂੰ ਵਾਰ-ਵਾਰ ਪੁੱਛ ਰਹੇ ਆ ਤੇ ਉਹਨਾਂ ਨੇ ਫਿਰ ਉਹ ਪਾਰਟੀਸਪੇਟ ਕੀਤਾ ਸੀਗਾ।
ਆਗਰਾ ਬਾਜ਼ਾਰ ਸ਼ਾਇਦ ਮੈਡਮ ਨੂੰ ਯਾਦ ਹੋਵੇ। ਤੇ ਉਹ ਮੈਨੂੰ ਯਾਦ ਹੈ ਵੀ ਉਹ ਅੰਗਰੇਜ਼ੀ ਵਿੱਚ ਪੁੱਛ ਰਹੇ ਸੀਗੇ ਵੈਨ ਵੀ ਵਿਲ ਸਟਾਰਟ ਰੋਮਿੰਗ ਅਰਾਊਂਡ, ਇਸ ਤਰ੍ਹਾਂ ਪੁੱਛ ਰਹੇ ਸੀਗੇ। ਮੈਨੂੰ ਹਾਲੇ ਤੱਕ ਉਹ ਸ਼ਕਲ, ਉਹ ਮੂਵਮੈਂਟ ਤੇ ਉਹਨਾਂ ਦੀ ਉਹ ਆਵਾਜ਼, ਉਹਨਾਂ ਦੇ ਪੁੱਛਣ ਦੀ ਮੇਰੇ ਕੰਨਾਂ 'ਚ ਅੱਜ ਤੱਕ ਗੂੰਜ ਰਹੀ ਆ, ਕਿੰਨੇ ਸਾਲ ਹੋ ਗਏ ਆ। ਤੇ ਮੈਂ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ। ਮੈਡਮ ਬਾਰੇ, ਉਹਨਾਂ ਦੇ ਨਾਟਕਾਂ ਬਾਰੇ, ਉਹਨਾਂ ਦੇ ਨਾਟਕ, ਮੈਡਮ ਦੇ ਨਾਟਕ ਮੈਂ ਟੈਗੋਰ ਥੀਏਟਰ ਵਿੱਚ ਦੇਖੇ ਆ। ਉਹਨਾਂ ਦੇ ਨਾਟਕ ਜਿਵੇਂ ਯਰਮਾ ਤੇ ਨਾਗਮੰਡਲ, ਇਹ ਮੈਨੂੰ ਯਾਦ ਹੈ ਟੈਗੋਰ ਥੀਏਟਰ ਵਿੱਚ ਅਸੀਂ ਜਾਂਦੇ ਹੁੰਦੇ ਸੀਗੇ, ਉੱਥੇ ਉਹਨਾਂ ਦੇ ਪਲੇ ਹੁੰਦੇ ਸੀਗੇ ਤੇ ਅਸੀਂ ਸਾਰੇ ਦੋਸਤ ਇਕੱਠੇ ਹੋ ਕੇ ਉੱਥੇ ਨਾਟਕ ਦੇਖਦੇ ਹੁੰਦੇ ਸੀਗੇ। ਤੇ ਉਹਨਾਂ ਬਾਰੇ ਖਾਸ ਜਿਹੜੀ ਮੈਨੂੰ ਅੱਜ ਤੱਕ ਯਾਦ ਹੈ ਕਿ ਉਹ ਬੇਹੱਦ ਸੂਖਮ ਭਾਵੀ ਸਰੋਕਾਰਾਂ ਵਾਲੇ ਨਾਟਕ ਕਰਦੇ ਆ, ਜਿਨ੍ਹਾਂ ਵਿੱਚ ਬਹੁਤ ਹੀ ਓਪਰੇ ਪੇਤਲੇ ਤੇ ਸੱਚੀ ਸੱਚ ਦੀ ਬਜਾਏ ਬੜੇ ਹੀ ਡੂੰਘੇ ਬਹੁਪਰਤੀ ਅਤੇ ਸੂਖਮ ਅਰਥ ਅਤੇ ਪ੍ਰਸਾਰ ਉਹਨਾਂ ਦੇ ਨਾਟਕਾਂ ਵਿੱਚ ਹੁੰਦੇ ਆ। ਤੇ ਉਹਨਾਂ ਦੇ ਨਾਟਕ ਜਿਵੇਂ ਉਹਨਾਂ ਦੇ ਨਾਵਾਂ ਤੋਂ ਲੱਗਦਾ ਕਿ ਉਹ ਨਾਂ ਇਸ ਤਰ੍ਹਾਂ ਲੱਗਦਾ ਵੀ ਬਹੁਤ ਕਾਮਨ ਜਿਹੇ ਸਧਾਰਨ ਜਿਹੀ ਗੱਲਾਂ ਹੋਣਗੀਆਂ, ਪਰ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ, ਜਿਵੇਂ ਕਿਚਨ ਕਥਾ, ਦੀ ਸੂਟ, ਦਾ ਮੈਡਮ, ਦਾ ਮੈਡ ਵੂਮਨ ਆਫ ਚੇਲੋਟ, ਲਿਟਲ ਆਫ ਬਿਟਰ ਫਰੂਟ, ਨੇਕਡ ਵੌਇਸਸ, ਸਟਰੀ ਪਾਤਰਾ ਤੇ ਗੁੰਮ ਹੈ। ਤੇ ਇਹ ਉਹਨਾਂ ਦੇ ਬਹੁਤ ਚਰਚਿਤ ਤੇ ਬਹੁਤ ਜ਼ਿਆਦਾ ਸਲਾਹੇ ਗਏ ਨਾਟਕ ਉਹਨਾਂ ਦੇ ਸਾਡੇ ਦਰਸ਼ਕਾਂ ਨੇ, ਪੰਜਾਬੀ ਦੇ ਦਰਸ਼ਕਾਂ ਨੇ ਦੇਖੇ। ਤੇ ਇਸ ਕਰਕੇ ਕਿਉਂਕਿ ਉਹ ਪੰਜਾਬੀ ਦਾ ਥੀਏਟਰ ਕਰਦੇ ਆ ਤੇ ਪੰਜਾਬੀ ਦੇ ਨਾਟਕ ਕਰਵਾਉਂਦੇ ਆ, ਤੇ ਪੰਜਾਬ ਨੂੰ ਉਹਨਾਂ ਦੇ ਉੱਤੇ ਬਹੁਤ ਮਾਣ ਆ। ਪਰ ਨਾਲ ਹੀ ਪੰਜਾਬ ਨੂੰ ਇੱਕ ਸ਼ਿਕਾਇਤ ਵੀ ਹੈ ਕਿ ਉਹ ਪੰਜਾਬ ਵਿੱਚ, ਮੇਰਾ ਖਿਆਲ ਪੰਜਾਬ ਵਿੱਚ ਉਹਨਾਂ ਨੇ ਕਦੇ ਵੀ ਕੋਈ ਨਾਟਕ ਨਹੀਂ ਕੀਤਾ। ਚੰਡੀਗੜ੍ਹ, ਜਲੰਧਰ ਜਾਂ ਅੰਮ੍ਰਿਤਸਰ। ਮੈਂ ਇੱਥੇ ਫਗਵਾੜੇ ਵਿੱਚ 1992-93 ਤੋਂ ਰਹਿ ਰਿਹਾ, ਤੇ ਮੈਂ ਕਦੇ ਵੀ ਮੈਂ ਜਲੰਧਰ ਨਹੀਂ ਗਿਆ ਜਾਂ ਅੰਮ੍ਰਿਤਸਰ ਨਹੀਂ ਗਿਆ। ਕਿਤੇ ਇੱਕ ਅੱਧੀ ਵਾਰੀ ਗਿਆ ਵੀ ਸੀਗਾ, ਪਰ ਮੈਨੂੰ ਉੱਥੇ ਦੇ ਜਿਹੜੇ ਨਾਟਕ ਦੇ ਵਿੱਚ ਉਹਨਾਂ ਦੇ ਵਿੱਚ ਕਦੇ ਵੀ ਦਿਲਚਸਪੀ ਜਿਹੀ ਨਹੀਂ ਬਣੀ। ਤੇ ਮੇਰੀ ਹਮੇਸ਼ਾ ਤੋਂ ਹੀ ਤਾਂਘ ਰਹੀ ਕਦੇ ਕਦੀ ਮੈਡਮ ਨੀਲਮ ਮਾਨ ਸਿੰਘ ਇਹ ਜਲੰਧਰ ਜਾਂ ਚੰਡੀਗੜ੍ਹ ਵਿੱਚ ਨਾਟਕ ਕਰਨਗੇ। ਤੇ ਅਗਲੀ ਗੱਲ ਇਹ ਹੈ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਪੰਜਾਬ ਦਰਸ਼ਨ, ਤੇ ਇਸ ਪੰਜਾਬ ਦਰਸ਼ਨ ਦੇ ਵਿੱਚ ਕਿਉਂਕਿ ਪੰਜਾਬ ਸਾਡਾ ਬਹੁਤ ਕੁਝ ਪੰਜਾਬ ਵਿੱਚ ਗਵਾਚ ਗਿਆ, ਜਿਵੇਂ ਪੰਜਾਬ ਲੁੱਟਿਆ ਗਿਆ ਹੋਵੇ, ਪੰਜਾਬ ਉੱਜੜ ਗਿਆ ਹੋਵੇ, ਪੰਜਾਬ ਵਿੱਚ ਸੂਖਮ ਕਲਾਵਾਂ ਜਿਵੇਂ ਖਤਮ ਹੋ ਗਈਆਂ ਹੋਣ, ਕਿਤੇ ਨਜ਼ਰ ਨਾ ਆਉਂਦੀਆਂ ਹੋਣ, ਜਿਵੇਂ ਕਿਸੇ ਨੂੰ ਪਤਾ ਹੀ ਨਾ ਹੋਵੇ ਵੀ ਪੰਜਾਬ ਅਸਲ ਵਿੱਚ ਕੀ ਆ। ਤੇ ਅੱਜ ਅਸੀਂ ਮੈਡਮ ਦੇ ਥਰੂ ਉਸ ਪੰਜਾਬ ਨੂੰ ਜਾਣਨਾ ਵੀ ਚਾਹੁੰਦੇ ਹਾਂ, ਦੇਖਣਾ ਵੀ ਚਾਹੁੰਦੇ ਹਾਂ। ਨਾਟਕ ਦੇ ਥਰੂ ਪੰਜਾਬ ਨੂੰ ਜਾਣਨਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ। ਤੇ ਅੱਜ ਮੈਡਮ ਨੂੰ ਬੜੀ ਮੁਸ਼ਕਿਲ ਨਾਲ ਅਸੀਂ ਇਸ ਗੱਲ ਲਈ ਮਨਾਇਆ ਕਿ ਉਹ ਪੰਜਾਬ ਦਰਸ਼ਨ ਤੇ ਆਉਣ। ਤੇ ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਸਾਡੇ ਕੋਲ ਟਾਈਮ ਦੀ ਕੋਈ ਕਮੀ ਨਹੀਂ ਹੈ। ਅਕਸਰ ਸਾਡੇ ਲੋਕ ਗੱਲਬਾਤ ਕਰਨ ਵੇਲੇ ਟਾਈਮ ਘੜੀ ਮੂਹਰੇ ਰੱਖ ਲੈਂਦੇ ਆ। ਅਸੀਂ ਘੜੀ ਚੱਕ ਦਿੰਦੇ ਹਾਂ ਵੀ ਘੜੀ ਨਹੀਂ ਸਾਹਮਣੇ ਰੱਖਣੀ। ਤੇ ਦੂਜੀ ਗੱਲ ਇਹ ਹੈ ਕਿ ਅਸੀਂ ਪੰਜਾਬ ਨੂੰ ਸਮਝਣ ਲਈ, ਪੰਜਾਬ ਨੂੰ ਜਾਣਨ ਲਈ, ਪੰਜਾਬ ਦੇ ਸੁਹਿਰਦ ਜਿਹੜੇ ਵਿਦਵਾਨ, ਪੰਜਾਬ ਦੇ ਕਲਾਕਾਰ, ਉਹਨਾਂ ਦੀਆਂ ਚੌਂਕੀਆਂ ਭਰ ਰਹੇ ਹਾਂ ਅਸੀਂ। ਉਹਨਾਂ ਨੂੰ ਇੱਕ ਤੀਰਥ ਸਥਾਨ ਵਾਂਗੂ ਅਸੀਂ ਸਮਝਦੇ ਹਾਂ ਕਿ ਉਹ ਸਾਡੇ ਤੀਰਥ ਸਥਾਨ ਆ। ਅਸੀਂ ਉਹਨਾਂ ਦੀ ਚੌਂਕੀ ਭਰਨੀ ਆ, ਉਹਨਾਂ ਦੇ ਕੋਲ ਜਾਣਾ ਤੇ ਉਹਨਾਂ ਕੋਲ ਅਸੀਂ ਜਾਣਨਾ ਹੈ ਪੰਜਾਬ ਬਾਰੇ। ਤੇ ਇਸ ਮਨਸ਼ਾ ਨਾਲ ਅਸੀਂ ਤੁਹਾਡੇ ਕੋਲ ਆਏ ਹਾਂ। ਤੇ ਇੱਕ ਮੈਂ ਗੱਲ ਕਰਨੀ ਭੁੱਲ ਗਿਆ ਆਪਣੇ ਦਰਸ਼ਕਾਂ ਨੂੰ, ਪੰਜਾਬ ਦਰਸ਼ਨ ਦੇ, ਕਿ ਅਸੀਂ ਹਰ ਲੈਕਚਰ ਡੈਡੀਕੇਟ ਕਰਦੇ ਹਾਂ। ਤੇ ਅੱਜ ਦਾ ਜਿਹੜਾ ਲੈਕਚਰ ਹੈ ਇਹ ਡੈਡੀਕੇਟ ਕਰ ਰਹੇ ਹਾਂ ਅਸੀਂ ਭਗਤ ਆਸਾ ਰਾਮ ਜੀ ਨੂੰ। ਤੇ ਮੇਰਾ ਖਿਆਲ ਹੈ ਵੀ ਇਹ ਚੰਡੀਗੜ੍ਹ ਦੇ ਕੋਲ ਇੱਕ ਪਿੰਡ ਸੁਹਾਣਾ, ਉੱਥੋਂ ਦੇ ਸੀਗੇ। 19ਵੀਂ ਸਦੀ ਦੇ ਤੇ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਉਸ ਇਲਾਕਿਆਂ 'ਚ ਕੰਮ ਕੀਤਾ। ਜਿਸ ਥਾਂ ਦੇ ਉੱਤੇ ਮੈਡਮ ਅੱਜ ਨਾਟਕ ਕਰਵਾ ਰਹੇ ਨੇ, ਉਹਨਾਂ ਇਲਾਕਿਆਂ ਵਿੱਚ ਜਾਂ ਉਹਨਾਂ ਥਾਵਾਂ ਦੇ ਉੱਤੇ ਅੱਜ ਵੀ ਆਸਾ ਰਾਮ ਜੀ ਦੀਆਂ ਆਵਾਜ਼ਾਂ, ਉਹਨਾਂ ਦੇ ਉਹ ਐਕਟ, ਉਹਨਾਂ ਦੀਆਂ ਉਹ ਚੀਜ਼ਾਂ ਉੱਥੇ ਅੱਜ ਵੀ ਮਤਲਬ ਉਹ ਸਭਾ ਦੇ ਵਿੱਚ ਹੋਣਗੀਆਂ। ਤੇ ਮੈਨੂੰ ਯਾਦ ਹੈ ਵੀ ਮੈਡਮ ਦੇ ਜਿਹੜੇ ਨਾਟਕ ਹੁੰਦੇ ਆ, ਉਹਨਾਂ ਦੇ ਵਿੱਚ ਵੀ ਉਹ ਆਸਾ ਰਾਮ ਦੀ ਪਰੰਪਰਾ ਵਾਲੇ ਲੋਕ ਕਦੀ-ਕਦੀ ਉਹਨਾਂ ਵਿੱਚ ਦੇਖੇ, ਮੈਨੂੰ ਯਾਦ ਹੈ ਵੀ ਉਹਨਾਂ ਵਿੱਚੋਂ ਆਉਂਦੇ ਸੀਗੇ ਕਦੀ-ਕਦੀ ਉਹ, ਉਹਨਾਂ ਦਾ ਵੀ ਮੈਡਮ ਇਸਤੇਮਾਲ ਕਰਦੇ ਸੀਗੇ। ਇਸ ਕਰਕੇ ਅਸੀਂ ਅੱਜ ਦਾ ਇਹ ਲੈਕਚਰ ਆਸਾ ਰਾਮ ਜੀ ਨੂੰ ਡੈਡੀਕੇਟ ਕਰ ਰਹੇ ਹਾਂ। ਤੇ ਹੁਣ ਮੈਂ ਮੈਡਮ ਨੂੰ ਪਹਿਲਾ ਸਵਾਲ ਜਿਹੜਾ ਕਰੂੰਗਾ ਕਿ ਉਹ ਇਹ ਆ। ਹਾਂਜੀ ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਵੀ ਤੁਸੀਂ ਮੈਡਮ, ਤੁਹਾਡਾ ਜਿਵੇਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ, ਇਹਦੇ ਵਿੱਚ ਲੜਕੀਆਂ ਨੂੰ, ਕੁੜੀਆਂ ਨੂੰ ਭੇਜਣ ਲਈ ਬੜੀ ਸਟਰਗਲ ਕਰਨੀ ਪੈਂਦੀ ਸੀ, ਔਰ ਖ਼ਾਸ ਤੌਰ ਦੇ ਉੱਤੇ ਨਾਟਕ ਵਰਗੇ ਖੇਤਰ ਵਿੱਚ। ਤੇ ਪਹਿਲਾ ਸਵਾਲ ਤਾਂ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ
ਕਿਸ ਤਰ੍ਹਾਂ ਦਾ ਪਰਿਵਾਰਕ, ਸਮਾਜਿਕ ਪਿਛੋਕੜ ਸੀਗਾ, ਜਿਹਦੇ ਵਿੱਚ ਤੁਸੀਂ ਜੰਮੇ ਪਲੇ, ਵੱਡੇ ਹੋਏ, ਪੜ੍ਹੇ ਲਿਖੇ ਤੇ ਤੁਹਾਡਾ ਜਿਹੜਾ ਧਿਆਨ ਹੈ ਉਹ ਥੀਏਟਰ ਵਾਲੇ ਪਾਸੇ ਗਿਆ ਕਿ ਤੁਸੀਂ ਇਸ ਗੱਲ ਨੂੰ ਸਮਝਿਆ ਕਿ ਤੁਸੀਂ ਥੀਏਟਰ ਦੇ ਵਿੱਚ ਕੁਝ ਕਰਨਾ ਆ। ਤੇ ਸਾਨੂੰ ਪਹਿਲਾਂ ਆਪਣੀ ਇਸ ਗੱਲ ਦੀ ਜਾਣਕਾਰੀ ਜਾਂ ਆਪਣੇ ਪਿਛੋਕੜ ਬਾਰੇ, ਨਾਟਕ ਦਾ ਰੁਝਾਨ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਮਨ ਵਿੱਚ ਕਿਵੇਂ ਪੈਦਾ ਹੋਇਆ, ਇਹਦੇ ਬਾਰੇ ਥੋੜ੍ਹੀ ਸਾਨੂੰ ਜਾਣਕਾਰੀ ਦੱਸੋ ਜੀ। ਬਹੁਤ ਬਹੁਤ ਸ਼ੁਕਰੀਆ। ਮੇਰੀ ਪੈਦਾਇਸ਼ ਅੰਮ੍ਰਿਤਸਰ ਵਿੱਚ ਹੋਈ। ਮੇਰੇ ਫਾਦਰ ਡਾਕਟਰ ਸੀ, ਡਾਕਟਰ ਮਾਨ ਸਿੰਘ ਨਿਰੰਕਾਰੀ, ਅੱਖਾਂ ਦੇ ਡਾਕਟਰ ਸੀ, ਰਿਟਾਇਰ ਹੋਏ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ। ਮੇਰੀ ਮਦਰ ਵੀ ਕਾਫੀ ਪੜ੍ਹੇ ਲਿਖੇ ਸੀ, ਬਟ ਬੇਸਿਕਲੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਉਹਨਾਂ ਨੇ ਘਰ ਨੂੰ ਚਲਾਇਆ। ਸੋ ਪਰਵਰਿਸ਼ ਤੇ ਪੰਜਾਬ ਵਿੱਚ ਹੀ ਹੋਈ, ਅੰਮ੍ਰਿਤਸਰ ਵਿੱਚ ਹੋਈ, ਗੁਰੂ ਦੀ ਨਗਰੀ ਵਿੱਚ ਹੋਈ। ਘਰ ਦਾ ਮਾਹੌਲ ਬਹੁਤ ਹੀ ਇੱਕ ਤਰ੍ਹਾਂ ਓਪਨ ਜਿਹਾ ਮਾਹੌਲ ਸੀ, ਕੋਈ ਰੋਕ ਟੋਕ ਨਹੀਂ ਸੀ। ਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਮਿਡਲ ਕਲਾਸ ਫੈਮਿਲੀਜ਼ ਵਿੱਚ ਤੁਸੀਂ ਕਲਾ ਨੂੰ ਇੱਕ ਹੌਬੀ ਦੇ ਰੂਪ ਤੱਕ ਦੇਖ ਸਕਦੇ ਹੋ, ਪਰ ਪ੍ਰੋਫੈਸ਼ਨ ਦਾ ਸੋਚਣਾ ਤੁਹਾਡੇ ਜ਼ਿਹਨ ਵਿੱਚ ਕਦੀ ਆ ਹੀ ਨਹੀਂ ਸਕਦਾ, ਕਿਉਂਕਿ ਉਹ ਜਿਹਾ ਮਾਹੌਲ ਨਹੀਂ, ਉਹ ਜਿਹੀ ਸਿਚੁਏਸ਼ਨ ਨਹੀਂ ਜਿੱਥੇ ਤੁਸੀਂ ਸੋਚੋ ਕਿ ਤੁਸੀਂ ਪੇਂਟਿੰਗ ਜਾਂ ਥੀਏਟਰ ਜਾਂ ਕੁਝ ਵੀ ਆਰਟਿਸਟਿਕ ਐਕਟੀਵਿਟੀ ਨੂੰ ਇੱਕ ਪ੍ਰੋਫੈਸ਼ਨ ਬਣਾ ਸਕਦੇ ਹੋ। ਆਈ ਥਿੰਕ ਬਹੁਤ ਸਾਰੀਆਂ ਚੀਜ਼ਾਂ ਜੋ ਜ਼ਿੰਦਗੀ ਵਿੱਚ ਹੁੰਦੀਆਂ ਉਹ ਕਿਤੇ ਨਾ ਕਿਤੇ ਐਕਸੀਡੈਂਟਲ ਹੁੰਦੀਆਂ। ਮੈਂ ਚੰਡੀਗੜ੍ਹ ਆਈ ਆਪਣਾ MA ਕਰਨ ਵਾਸਤੇ ਹਿਸਟਰੀ ਆਫ ਆਰਟ ਵਿੱਚ। ਉਸ ਵਕਤ ਬਲਵੰਤ ਗਾਰਗੀ ਸਾਹਿਬ ਸੀਐਟਲ ਤੋਂ ਆਏ ਸੀ। ਉਹ ਅਜੇ ਡਿਪਾਰਟਮੈਂਟ ਦੀ ਸ਼ੁਰੂਆਤ ਨਹੀਂ ਹੋਈ ਸੀ, ਪਰ ਉਹ ਕੀ ਕਹਿੰਦੇ ਯੂਨੀਵਰਸਿਟੀ ਥੀਏਟਰ ਕਲੱਬ ਉਹਨਾਂ ਨੇ ਸ਼ੁਰੂ ਕੀਤਾ ਸੀ। ਉਹਦੇ ਵਿੱਚ ਮੈਂ ਚੁੱਟ-ਪੁੱਟ ਰੋਲ ਕੀਤੇ ਉਹਨਾਂ ਨਾਲ। ਉਸੀ ਵਕਤ ਇਬਰਾਹਿਮ ਅਲਕਾਜ਼ੀ ਜੋ NST ਦੇ ਡਾਇਰੈਕਟਰ ਸੀ, ਉਹ ਆਪਣੇ 2 ਪਲੇ ਲੈ ਕੇ ਆਏ ਚੰਡੀਗੜ੍ਹ। ਔਰ ਕਿਉਂਕਿ ਅਸੀਂ ਆਰਟ ਸਟੂਡੈਂਟ ਸੀ, ਸਾਨੂੰ ਕਿਹਾ ਗਿਆ ਕਿ ਤੁਸੀਂ ਜਾ ਕੇ ਉੱਥੇ ਉਹਨਾਂ ਦੀ ਮਦਦ ਕਰੋ, ਅਸ਼ਰਿੰਗ ਵਿੱਚ ਜਾਂ ਕੋਈ ਬੈਕ ਸਟੇਜ ਵਿੱਚ ਕੋਈ ਉਹਨਾਂ ਦੀ ਜ਼ਰੂਰਤ ਹੋਏਗੀ। ਜਦ ਮੈਂ ਉੱਥੇ ਗਈ ਤੇ ਮੈਨੂੰ ਮਾਹੌਲ ਬਹੁਤ ਹੀ ਅਨਯੂਜੂਅਲ ਜਿਹਾ ਲੱਗਿਆ। ਇਹੋ ਜਿਹਾ ਮਾਹੌਲ ਮੈਂ ਕਦੀ ਮੇਰੇ ਤਜਰਬੇ ਵਿੱਚ ਕਦੀ ਮੈਂ ਦੇਖਿਆ ਨਾ ਸੁਣਿਆ, ਜਾਂ ਉਹਦਾ ਕੋਈ ਐਕਸਪੋਜ਼ਰ ਨਹੀਂ ਸੀ। 2 ਪਲੇਜ਼ ਮੈਂ ਦੇਖੇ, ਇੱਕ ਸ਼ੇਕਸਪੀਅਰ ਦਾ ਓਥੈਲੋ ਔਰ ਦੂਸਰਾ ਮੈਂ ਦੇਖਿਆ ਜਸਮਾ ਓਡਨ ਬਾਈ ਸ਼ਾਂਤਾ ਗਾਂਧੀ। ਦੇ ਵਰ ਵੈਰੀ ਮੈਜੀਕਲ ਪਲੇਜ਼, ਕਿਉਂਕਿ ਉਸ ਵਕਤ ਸੋਚਦੇ ਸੀ ਕਿ ਥੀਏਟਰ ਕੀ ਹੈ, ਥੋੜੇ ਜਿਹੇ ਇਮੋਸ਼ਨਸ ਹੋਣ, ਥੋੜਾ ਜਿਹਾ ਕੌਨਫੀਡੈਂਸ ਹੋ, ਲਾਈਨਾਂ ਯਾਦ ਕਰਕੇ ਸਟੇਜ ਉੱਤੇ ਚਲੇ ਜਾਓ। ਪਰ ਇਹ ਦੇਖਣਾ ਕਿ ਥੀਏਟਰ ਵਿੱਚ ਵੀ ਟ੍ਰੇਨਿੰਗ ਹੁੰਦੀ ਹੈ, ਰਿਗਰ ਚਾਹੀਦਾ ਹੈ, ਲੇਬਰ ਚਾਹੀਦਾ ਹੈ, ਅਨੁਸ਼ਾਸਨ ਚਾਹੀਦਾ ਹੈ, ਹਾਰਡ ਵਰਕ ਚਾਹੀਦਾ ਹੈ, ਇੰਟੈਲੈਕਟ ਚਾਹੀਦਾ ਹੈ, ਉਹ ਮੇਰੇ ਵਾਸਤੇ ਬੜੀ ਅਦਭੁਤ ਗੱਲਾਂ ਸੀ। ਅਗਲੇ ਦਿਨ ਇੰਗਲਿਸ਼ ਡਿਪਾਰਟਮੈਂਟ ਵਿੱਚ ਅਲਕਾਜ਼ੀ ਸਾਹਿਬ ਦਾ ਲੈਕਚਰ ਸੀ, ਜੋ ਬਹੁਤ ਹੀ ਕਰਿਸਮੈਟਿਕ ਤੇ ਬਹੁਤ ਹੀ ਪ੍ਰਭਾਵਿਤ ਕਿਸਮ ਦਾ ਲੈਕਚਰ ਸੀ। ਥੀਏਟਰ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਸੀ, ਨਾ ਪਤਾ ਸੀ ਕਿ ਇੱਕ ਸਕੂਲ ਹੈ ਨੈਸ਼ਨਲ ਸਕੂਲ ਆਫ ਡਰਾਮਾ, ਉਸ ਤਰ੍ਹਾਂ ਦੀ ਇਨਫੋਰਮੇਸ਼ਨ ਪਰਕੂਲੇਟ ਹੋਈ ਨਹੀਂ ਸੀ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਿੱਚ, ਕਿ ਉੱਥੇ ਸਿਖਾਇਆ ਜਾਂਦਾ ਹੈ ਡਾਇਰੈਕਸ਼ਨ, ਸਟੇਜ ਕ੍ਰਾਫਟ, ਐਕਟਿੰਗ। ਸੋ more than theatre, it was the charisma of Ibrahim Alkazi. ਮੈਨੂੰ ਲੱਗਿਆ ਕਿ he is an incredible teacher. ਮੈਂ ਉਹਨਾਂ ਦੇ ਇੰਸਟੀਟਿਊਸ਼ਨ ਜੁਆਇਨ ਕਰਨਾ ਚਾਹੁੰਦੀ ਹਾਂ। ਉਸ ਵਕਤ 74-75 ਵਿੱਚ ਜਦ ਮੈਂ NST ਜੁਆਇਨ ਕੀਤਾ, ਉਸ ਵਕਤ ਮੈਨੂੰ ਐਡਮਿਸ਼ਨ ਕਾਫੀ ਆਸਾਨੀ ਨਾਲ ਮਿਲ ਗਈ, ਕਿਉਂਕਿ ਬਹੁਤ ਸਾਰੀ ਲੜਕੀਆਂ ਥੀਏਟਰ ਵਿੱਚ ਨਹੀਂ ਜਾਂਦੀਆਂ ਸੀ। ਮੇਰੇ ਪੇਰੈਂਟਸ ਨੇ ਵੀ ਸੋਚਿਆ ਜਿੰਨੀ ਦੇਰ ਸ਼ਾਦੀ ਨਹੀਂ ਹੁੰਦੀ, ਕਲਾ ਦਾ ਸ਼ੌਕ ਹੈ, ਚਲੋ ਕਰਨ ਦਿਓ ਇਹਨੂੰ ਕੁਛ। ਉਹਨਾਂ ਨੇ ਜ਼ਿਆਦਾ ਥੌਟ ਨਹੀਂ ਦਿੱਤਾ, ਉਹਨਾਂ ਨੂੰ ਲੱਗਿਆ ਇਟਸ ਓਕੇ। ਸੋ 3 ਸਾਲ ਤੋਂ ਸਾਨੂੰ ਜੋ ਸਿੱਖਣ ਨੂੰ ਮਿਲਿਆ ਕਿ ਥੀਏਟਰ ਇਜ਼ ਅ ਪ੍ਰੋਫੈਸ਼ਨ which has to be taken as seriously as being a doctor or a lawyer. ਜਿਸ ਤਰ੍ਹਾਂ ਡਾਕਟਰ ਲਾਇਰ ਬਣਨ ਵਾਸਤੇ ਤੁਹਾਨੂੰ ਕਨਸੈਂਟਰੇਸ਼ਨ, ਫੋਕਸ, ਹਾਰਡ ਵਰਕ ਦੀ ਜ਼ਰੂਰਤ ਹੈ, ਇਸ ਤਰ੍ਹਾਂ ਹੀ ਥੀਏਟਰ ਵਿੱਚ ਤੁਹਾਨੂੰ ਉਹੀਓ ਚੀਜ਼ਾਂ ਤੁਹਾਡੇ ਵਾਸਤੇ ਬਹੁਤ
ਜ਼ਰੂਰੀ ਹੈ। ਸੋ 3 ਸਾਲ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ, ਅਸੀਂ ਬੰਬੇ ਗਏ। ਆਈ ਹੈਡ ਅ ਵੰਡਰਫੁਲ ਹਸਬੈਂਡ, ਬਹੁਤ ਹੀ ਸਪੋਰਟਿਵ, ਬਹੁਤ ਹੀ ਲਿਬਰਲ, ਆਰਟਿਸਟਿਕ ਟੈਂਪਰਾਮੈਂਟ ਸੀ ਉਹਨਾਂ ਦਾ। ਸੋ ਇਸ ਕਰਕੇ ਕੁਝ ਜ਼ਿਆਦਾ ਮੈਨੂੰ ਕੋਈ ਰੋਕ ਟੋਕ ਨਹੀਂ ਸੀ। ਬੰਬੇ ਵਿੱਚ 3 ਸਾਲ ਜਦ ਮੈਂ ਰਹੀ, ਅਸੀਂ ਥੀਏਟਰ ਕੰਪਨੀ ਖੋਲੀ ਮਜਮਾ। ਸੋ ਅਸੀਂ ਪਲੇਸ ਕਰਦੇ ਸੀ ਧਰਮਵੀਰ ਭਾਰਤੀ ਦੇ ਜਾਂ ਗੋਵਿੰਦ ਦੇਸ਼ਪਾਂਡੇ ਦੇ ਜਾਂ ਸ਼ਰਦ ਜੋਸ਼ੀ ਦੇ ਛੋਟੇ ਮੋਟੇ ਰੋਲ ਕਰਦੇ ਸੀ। ਪ੍ਰਿਥਵੀ ਥੀਏਟਰ ਦੀ ਇਨੋਗ੍ਰੇਸ਼ਨ ਸਾਡੇ ਪਲੇ ਨੇ ਕੀਤਾ। ਫਿਰ ਮੇਰੇ ਹਸਬੈਂਡ ਦੀ ਪੋਸਟਿੰਗ ਹੋ ਗਈ ਭੋਪਾਲ ਵਿੱਚ। ਉਹ ਮੇਰੇ ਵਾਸਤੇ ਕਾਫੀ ਲਾਈਫ ਆਲਟਰਿੰਗ ਤਜਰਬਾ ਸੀ, ਕਿਉਂਕਿ ਇੱਕ ਪਾਸੇ ਮੇਰੇ ਪਾਸ ਇੱਕ ਟੀਚਰ ਸੀ ਅਲਕਾਜ਼ੀ ਜਿਸ ਤਰ੍ਹਾਂ, ਜੋ ਰੈਨੇਸਾਂਸ ਮੈਨ ਸੀ, ਵੈਰੀ ਡਿਸਪਲਿਨਡ, ਵੈਰੀ ਡਿਟੇਲਡ, ਮਤਲਬ ਐਂਟਰੀ ਕਿਸ ਤਰ੍ਹਾਂ, ਐਗਜ਼ਿਟ ਕਿਸ ਤਰ੍ਹਾਂ, ਕੰਪੋਜੀਸ਼ਨ ਕੀ ਹੋਣੀ ਚਾਹੀਦੀ ਸਟੇਜ ਉੱਤੇ, ਹਰ ਇੱਕ ਜੈਸਚਰ, ਹਰ ਇੱਕ ਮੂਵਮੈਂਟ ਕੋਰੀਓਗ੍ਰਾਫਡ ਸੀ। ਟੈਕਸਟ ਉੱਤੇ ਬਹੁਤ ਕੰਮ ਕੀਤਾ ਜਾਂਦਾ ਸੀ, ਕੈਰੈਕਟਰਾਈਜੇਸ਼ਨ ਉੱਤੇ, ਸਟਰਕਚਰ ਉੱਤੇ, ਫਾਰਮ ਉੱਤੇ। ਫਿਰ ਮੈਨੂੰ ਇੱਕ ਟੀਚਰ ਮਿਲਿਆ, ਟੀਚਰ ਨਹੀਂ ਮੇਰਾ ਕੁਲੀਗ ਸੀ, ਪਰ ਮੈਂ ਉਹਨਾਂ ਨੂੰ ਆਪਣਾ ਟੀਚਰ ਮੰਨਿਆ, ਬੀਵੀ ਕਾਰੰਤ, ਜੋ ਬਹੁਤ ਹੀ ਇੱਕ ਮਹੱਤਵਪੂਰਨ ਡਾਇਰੈਕਟਰ ਕਰਨਾਟਕਾ ਦੇ ਸੀ, ਔਰ ਅਲਕਾਜ਼ੀ ਸਾਹਿਬ ਤੋਂ ਬਾਅਦ ਉਹ NST ਦੇ ਡਾਇਰੈਕਟਰ ਵੀ ਬਣੇ। ਉਹ ਬਿਲਕੁਲ ਗੁੱਬੀ ਕੰਪਨੀ ਤੋਂ ਉਹਨਾਂ ਦਾ ਟ੍ਰੇਨਿੰਗ ਹੋਈ, ਜੋ ਇੱਕ ਥੀਏਟਰ ਕੰਪਨੀ ਸੀ ਕਰਨਾਟਕਾ ਵਿੱਚ। ਯਕਸ਼ਗਾਨ ਵਿੱਚ ਉਹਨਾਂ ਦੀ ਟ੍ਰੇਨਿੰਗ ਸੀ। ਸੋ ਉਹਨਾਂ ਦਾ ਪੂਰਾ ਫੋਕ ਔਰ ਲੋਕਲ ਔਰ ਟ੍ਰੈਡੀਸ਼ਨਲ ਥੀਏਟਰ ਵਿੱਚ ਉਹਨਾਂ ਦਾ ਅਨੁਭਵ ਸੀ। ਸੋ ਮੇਰੇ ਵਾਸਤੇ ਇੱਕ ਵੈਸਟਰਨ ਥੀਏਟਰ ਡਾਇਰੈਕਟਰ ਅਲਕਾਜ਼ੀ ਜਿਸ ਤਰ੍ਹਾਂ, ਔਰ ਇੱਕ ਬਹੁਤ ਹੀ ਪਰੰਪਰਾ ਵਿੱਚ ਜਿਨ੍ਹਾਂ ਨਾਲ ਜੁੜੇ ਹੋਏ ਸੀ, ਉਹ ਜਿਹਾ ਤਜਰਬਾ ਮਿਲਿਆ। ਸੋ ਇਹ ਦੋਨੋਂ ਤਜਰਬੇ ਨੇ ਕਿਤੇ ਨਾ ਕਿਤੇ ਮੈਨੂੰ ਆਪਣਾ ਇੱਕ ਤਰੀਕਾ ਦਿੱਤਾ ਕੰਮ ਕਰਨ ਦਾ। ਫਿਰ ਮੇਰੇ ਹਸਬੈਂਡ ਦੀ ਟ੍ਰਾਂਸਫਰ ਚੰਡੀਗੜ੍ਹ ਹੋ ਗਈ। ਸੋ ਚੰਡੀਗੜ੍ਹ ਵਿੱਚ ਮੈਂ ਆਪਣਾ ਥੀਏਟਰ ਕੰਪਨੀ ਬਣਾਈ, ਜਿਹਦਾ ਨਾਮ ਮੈਂ ਰੱਖਿਆ ਦ ਕੰਪਨੀ। ਕਿਉਂਕਿ ਜਦ ਅਸੀਂ ਸਕੂਲ ਵਿੱਚ ਸੀ, ਨੈਸ਼ਨਲ ਸਕੂਲ ਆਫ ਡਰਾਮਾ ਵਿੱਚ, ਜਦ ਮੈਂ ਭਾਰਤ ਭਵਨ ਭੋਪਾਲ ਵਿੱਚ ਬੀਵੀ ਕਾਰਨ ਜੀ ਨਾਲ ਕੰਮ ਕੀਤਾ, ਉਸ ਵਕਤ ਬਹੁਤ ਸਾਰੇ ਪ੍ਰਸ਼ਨ ਸਾਡੇ ਮਨ ਵਿੱਚ ਸੀ ਕਿ ਥੀਏਟਰ ਦੀ ਟ੍ਰੇਨਿੰਗ ਕੀ ਹੋਣੀ ਚਾਹੀਦੀ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਆਪਣਾ ਟਾਕ ਵਿੱਚ ਕਿਹਾ ਕਿ ਸੰਸਕ੍ਰਿਤ ਥੀਏਟਰ ਸੀ, ਸੰਸਕ੍ਰਿਤ ਥੀਏਟਰ ਵਿੱਚ ਅਭਿਨय ਹੈ, ਵਾਚਕ ਹੈ, ਆਹਾर्य ਹੈ, ਮਤਲਬ ਇੱਕ ਬਹੁਤ ਹੀ ਸਟਰਕਚਰਡ ਕਿਸਮ ਦੀ ਸਿਸਟਮ ਆਫ ਟ੍ਰੇਨਿੰਗ ਹੈ, ਕੋਡਿਫਾਈਡ ਹੈ, ਇੱਕ ਸ਼ੁਰੂਆਤ, ਟ੍ਰੇਨਿੰਗ, ਮੈਥਡੋਲੋਜੀ ਹੈ। ਪਰ ਕੰਟੈਂਪਰੇਰੀ ਥੀਏਟਰ, ਮਾਡਰਨ ਐਕਟਰ ਵਾਸਤੇ ਕੀ ਟ੍ਰੇਨਿੰਗ ਤੁਸੀਂ ਦਿਓ? ਮੋਸਟ ਆਫ ਦ ਟ੍ਰੇਨਿੰਗ ਟੂਲਸ ਸਾਨੂੰ ਮਿਲੇ ਵੈਸਟ ਤੋਂ, ਸਟੈਨਿਸਲਾਵਸਕੀ, ਮੇਅਰਹੋਲਡ, ਬਰਟੋਲਡ ਬ੍ਰੈਟ। ਮਹਿਸੂਸ ਕੀਤਾ ਜਾਂਦਾ ਸੀ ਕਿ ਸਾਨੂੰ ਕੁਝ ਆਪਣੀ ਟ੍ਰੇਨਿੰਗ ਟੂਲਸ ਲੱਭਣੇ ਹੈ, ਜੋ ਲੋਕਲ ਹੋਣ, ਜੋ ਰੀਜਨਲ ਹੋਣ, ਜੋ ਵਰਨੈਕੂਲਰ ਹੋਣ। ਉਸ ਸਿਲਸਿਲੇ ਵਿੱਚ ਜਦ ਮੈਂ ਭਾਰਤ ਭਵਨ ਵਿੱਚ ਸੀ ਔਰ ਜਦ NST ਵਿੱਚ ਵੀ ਸੀ, ਇਹ ਹਵਾ ਪੂਰੇ ਦੇਸ਼ ਵਿੱਚ ਹੋ ਰਹੀ ਸੀ। ਇਹ ਖਾਲੀ NST ਜਾਂ ਭਾਰਤ ਭਵਨ ਵਿੱਚ ਹੀ ਨਹੀਂ ਸੀ, ਜਿੱਥੇ ਤੁਸੀਂ ਸੋਚਿਆ ਕਿ ਤੁਸੀਂ ਕਿਉਂ ਨਹੀਂ ਪਰੰਪਰਾਗਤ ਕਲਾਕਾਰ ਜੋ ਸਾਡੇ ਹੈਗੇ ਹੈ, ਇੱਕ ਇਹਨਾਂ ਰਿਚ ਟ੍ਰੈਡੀਸ਼ਨ ਹੈਗਾ ਹੈ, ਉਹਨਾਂ ਨਾਲ ਅਗਰ ਇੱਕ ਕੰਟੈਂਪਰੇਰੀ ਐਕਟਰ, ਮਾਡਰਨ ਐਕਟਰ ਇੰਟਰੈਕਟ ਕਰਦਾ ਹੈ ਤੇ ਕੀ ਹੁੰਦਾ ਹੈ? ਕੁਝ ਨਹੀਂ ਪਤਾ ਕੀ ਹੋਣ ਲੱਗਾ ਹੈ, ਪਰ ਇੱਕ ਜੋ ਤੁਸੀਂ ਕਹਿੰਦੇ ਹੋ ਨਾ, ਇੱਕ ਇਨਕਾਊਂਟਰ। ਸੋ ਅਸੀਂ ਕਾਫੀ ਵਰਕਸ਼ਾਪਸ ਕੀਤੀਆਂ ਮੱਧ ਪ੍ਰਦੇਸ਼ ਵਿੱਚ, ਕਿਉਂਕਿ ਉੱਥੇ ਵੀ ਲੋਕ ਪਰੰਪਰਾ ਬੜੀ ਰਿਚ ਹੈਗੀ ਹੈ। ਅਸੀਂ ਇਨਕਾਊਂਟਰ ਕੀਤਾ ਰਾਈ ਬਰੇਦੀ ਨਾਲ, ਨਾਚਾ ਨਾਲ, ਅਲੱਗ-ਅਲੱਗ ਫਾਰਮਸ ਜੋ ਐਗਜ਼ਿਸਟ ਕੀਤੇ। ਸੋ ਜਦ ਮੈਂ ਚੰਡੀਗੜ੍ਹ ਆਈ, ਮੈਨੂੰ ਲੱਗਿਆ ਕਿ ਉਹ ਐਕਸਪੈਰੀਮੈਂਟ ਮੈਂ ਵੀ ਕਰਨਾ ਚਾਹੁੰਦੀ ਹਾਂ ਆਪਣੇ ਥੀਏਟਰ ਕੰਪਨੀ ਨਾਲ। ਜਦ ਮੈਂ ਬਾਹਰ ਰਹਿੰਦੀ ਸੀ, ਮੈਨੂੰ ਬਹੁਤ ਚਿੜ ਜਿਹੀ ਆਉਂਦੀ ਸੀ ਜਦ ਲੋਕ ਕਹਿੰਦੇ ਸੀ ਕਿ ਪੰਜਾਬ ਵਿੱਚ ਐਗਰੀਕਲਚਰ ਹੈ, ਕਲਚਰ ਨਹੀਂ। ਮੈਨੂੰ ਇਹ ਕਦੀ ਨਹੀਂ ਸਮਝ ਆਇਆ ਕਿ ਤੁਸੀਂ ਇਹ ਸਟੇਟਮੈਂਟ ਕਿੱਥੋਂ ਆਇਆ, ਕਿਉਂਕਿ ਮੈਂ ਵਿਸ਼ਵਾਸ ਕਰਦੀ ਹਾਂ ਕਿ ਕਲਚਰ ਔਰ ਐਗਰੀਕਲਚਰ ਦਾ ਬਹੁਤ
ਜ਼ਬਰਦਸਤ ਸੰਬੰਧ ਹੈ। ਤੁਸੀਂ ਪੂਰੀ ਆਪਣੀ ਮਿਥੋਲੋਜੀ ਦੇਖੋ, ਸ਼ਾਲਭੰਜਿਕਾ ਦੇਖੋ ਜਾਂ ਗ੍ਰੀਕ ਮਿਥੋਲੋਜੀ ਦੇਖੋ ਜਾਂ ਤੁਹਾਡੀ ਸਾਰੀ ਜੋ ਗਾਇਕੀ ਦਾ ਟ੍ਰੈਡੀਸ਼ਨ ਹੈ, ਹਾਰਵੈਸਟਿੰਗ, ਇਹ ਗਾਣੇ ਜੋ ਜਿਹਦੇ ਵਿੱਚ ਇਮੇਜਰੀ ਆਉਂਦੀ ਹੈ ਜ਼ਮੀਨ ਤੋਂ, ਬੋਨਾ, the bursting forth of plants, ਤੁਹਾਡੀ ਪੂਰੀ ਇਮੇਜਰੀ ਆਉਂਦੀ ਹੈ ਨੇਚਰ ਤੋਂ। ਸੋ ਨੇਚਰ ਔਰ ਕਲਚਰ ਦਾ ਬਹੁਤ ਜ਼ਬਰਦਸਤ ਸੰਬੰਧ ਹੈ। ਦੂਸਰੀ ਚੀਜ਼ ਜੋ ਮੈਨੂੰ ਬਹੁਤ ਅਜੀਬ ਲੱਗਦਾ ਸੀ, ਮੈਨੂੰ ਯਾਦ ਹੈ ਮੈਂ ਇੱਕ ਲੈਕਚਰ ਵਾਸਤੇ ਗਈ ਜਿੱਥੇ ਇੱਕ ਪੰਜਾਬੀ ਸਕਾਲਰ ਕਹਿ ਰਿਹਾ ਸੀ ਕਿ ਪੰਜਾਬ ਵਿੱਚ ਗਿੱਧਾ ਤੇ ਭੰਗੜਾ ਹੈਗਾ ਪਰ ਕੋਈ ਕਲਚਰ ਨਹੀਂ। ਮੈਨੂੰ ਲੱਗਿਆ ਗਿੱਧਾ ਤੇ ਭੰਗੜਾ ਕਿੰਨੀ ਵਧੀਆ ਫਾਰਮਸ ਹੈਗੀ ਹੈ, ਉਹਨੂੰ ਤੁਸੀਂ ਕਿਉਂ ਇੰਨੇ ਡਿਸਮਿਸਿਵ ਤਰੀਕੇ ਨਾਲ ਵਿਊ ਕਰ ਰਹੇ ਹੋ। ਉੱਤੋਂ ਪੂਰੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿੱਚ ਲਿਖਿਆ ਗਿਆ, ਪੰਜਾਬੀ ਚ ਲਿਖਿਆ ਗਿਆ, ਤੁਹਾਡਾ ਸੂਫੀਆਨਾ ਕਲਾਮ, ਤੁਸੀਂ ਕਿਉਂ ਆਪਣੀ ਜ਼ੁਬਾਨ ਨੂੰ ਇੰਨਾ ਸੋਚਿਆ ਕਿ ਉਹ ਥੀਏਟਰਕਲ ਨਹੀਂ ਹੈ ਜਿਸ ਤਰ੍ਹਾਂ ਮਰਾਠੀ ਜਾਂ ਬੰਗਾਲੀ ਜਾਂ ਮਲਿਆਲੀ। ਸੋ ਮੈਨੂੰ ਪਤਾ ਹੈ ਕਿ ਮੈਂ ਇੱਕ ਆਪਣੇ ਆਪ ਨੂੰ ਵਚਨ ਦਿੱਤਾ ਕਿ ਜੋ ਵੀ ਮੈਂ ਕੰਮ ਕਰਾਂਗੀ ਉਹ ਪੰਜਾਬੀ ਵਿੱਚ ਹੋਏਗਾ, ਉਹ ਪੰਜਾਬੀ ਲੋਕਲ ਲੋਕਾਂ ਨਾਲ ਹੋਏਗਾ, ਉਹ ਰੀਜਨਲ ਹੋਏਗਾ, ਉਹ ਵਰਨੈਕੂਲਰ ਹੋਏਗਾ। ਉਸ ਸਿਲਸਿਲੇ ਵਿੱਚ ਮੈਂ ਕਾਫੀ ਵਰਕਸ਼ਾਪਸ ਕੀਤੇ ਕਿਉਂਕਿ ਮੈਂ ਵੀ ਆਪਣੇ ਦੇਸ਼, ਆਪਣੇ ਪੰਜਾਬ ਤੋਂ ਬਹੁਤ ਸਾਲ ਬਾਹਰ ਪੜ੍ਹੀ, ਇਸ ਕਰਕੇ ਮੇਰੇ ਵੀ ਕਿੱਥੇ ਨਾ ਕਿੱਥੇ ਜਿਹੜੇ ਰਿਸ਼ਤੇ ਸੀ ਉਹ ਥੋੜੇ ਜਿਹੇ ਢਿੱਲੇ ਸੀ। ਸੋ ਜਦ ਮੈਂ ਪੰਜਾਬ ਵਿੱਚ ਆਈ ਮੈਂ ਟਾਡੀਆਂ ਨਾਲ ਕੰਮ ਕੀਤਾ। ਮੈਂ ਇੱਕ ਪਲੇ ਕੀਤਾ ਕਿੱਸਾ ਹੀਰ ਤੇ ਰਾਂਝੇ ਦਾ, ਜਿਹਦੇ ਵਿੱਚ ਮੈਂ ਪੂਰੀ ਸਕ੍ਰਿਪਟ ਬਣਾਈ ਟਾਡੀਆਂ ਦੇ ਸੂਫੀਆਨਾ ਕਲਾਮ ਲੈ ਕੇ, ਉਹਨਾਂ ਦੇ ਕਿੱਸੇ ਗਾਥਾ ਲੈ ਕੇ ਉਹ ਜੋੜਿਆ। ਮੈਂ ਜੰਗਮਸ ਨਾਲ ਕੰਮ ਕੀਤਾ। ਮੈਂ ਇੱਕ ਪਲੇ ਕੀਤਾ ਰੋਸ਼ਮੋਨ ਜੋ ਕੁਰੋਸਾਵਾ ਦਾ ਫਿਲਮ ਹੈਗੀ ਹੈ, ਨਿਹੰਗਾ ਨਾਲ ਮੈਂ ਗੱਤਕਾ ਜੋੜਿਆ। ਸੋ ਮੈਂ ਵੀ ਕਿਤੇ ਨਾ ਕਿਤੇ ਜਰਨੀ ਲੈ ਰਹੀ ਸੀ ਪੰਜਾਬ ਵਿੱਚ। ਫਿਰ ਅਫਕੋਰਸ ਮੇਰਾ ਸੰਬੰਧ ਸੁਰਜੀਤ ਪਾਤਰ ਜੀ ਨਾਲ ਬਹੁਤ ਗੂੜਾ ਤੇ ਗਹਿਰਾ ਤੇ 32 years ਦਾ ਰਿਹਾ ਹੈਗਾ। ਜੋ ਵੀ ਮੈਂ ਪਲੇਸ ਕਰਦੀ ਹਾਂ, ਇੰਟਰਨੈਸ਼ਨਲ ਪਲੇਸ, ਲੋਕਲ ਪਲੇਸ, ਉਹਨਾਂ ਦਾ ਅਨੁਵਾਦ ਪਾਤਰ ਜੀ ਕਰਦੇ ਹੈ, ਅਡੈਪਟੇਸ਼ਨ ਪਾਤਰ ਜੀ ਕਰਦੇ ਹੈ। ਉਹਨਾਂ ਨੇ ਮੇਰੀ ਕੰਪਨੀ ਵਾਸਤੇ ਬੜੇ ਨਾਟਕ ਲਿਖੇ ਹੈ। ਸੋ ਹੌਲੀ ਹੌਲੀ ਬ੍ਰਿਕ ਬਾਈ ਬ੍ਰਿਕ ਇੱਕ ਸਟਰਕਚਰ ਬਣਾਇਆ ਕੰਮ ਕਰਨ ਦੇ ਤਰੀਕੇ ਦਾ। ਕਾਫੀ ਲੰਬਾ ਜਵਾਬ ਮੈਂ ਦਿੱਤਾ। ਮੈਡਮ ਏਡਾ ਹੀ ਜਵਾਬ ਚਾਹੀਦਾ ਜੀ। ਮੈਡਮ ਅਗਲਾ ਸਵਾਲ ਇਹਦੀ ਕੰਟੀਨਿਊਟੀ ਵਿੱਚ ਹੀ ਆ ਕਿ ਤੁਹਾਡਾ ਇੱਕ ਲੰਬਾ ਸਫ਼ਰ ਹੈਗਾ, ਜਦੋਂ ਤੁਸੀਂ ਬਕਾਇਦਾ ਤੌਰ ਤੇ ਇੱਕ ਪ੍ਰੋਫੈਸ਼ਨਲ ਇੱਕ ਆਰਟਿਸਟ ਦੇ ਤੌਰ ਤੇ ਜਾਂ ਇੱਕ ਥੀਏਟਰ ਤੌਰ ਤੇ ਕੰਮ ਸ਼ੁਰੂ ਕੀਤਾ ਤੁਸੀਂ ਆਪਣੀ ਜਰਨੀ ਜਿਹੜੀ ਆ, ਤੇ ਉਹਦੇ ਵਿੱਚ ਕੁਝ ਜਿਹੜੇ ਤੁਸੀਂ ਬਹੁਤ ਚੰਗੇ ਜਿਹੜੇ ਪਲੇ ਕੀਤੇ ਆ ਤੇ ਉਹਨਾਂ ਦੇ ਵਿੱਚ ਕੁਝ ਤਜਰਬੇ ਜਿਹੜੇ ਤੁਹਾਡੇ ਹੋਏ ਹੋਣਗੇ, ਕੁਝ ਚੰਗੇ ਵੀ ਹੋਏ ਹੋਣਗੇ, ਕੁਝ ਨਹੀਂ ਚੰਗੇ ਵੀ ਹੋਏ ਹੋਣਗੇ, ਜਾਂ ਕੁਝ ਉਹਦੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈਗੀ ਆ, ਨਾਟਕ ਕਰਨ ਵਾਲੇ ਲੋਕ ਜਿਹੜੇ ਆ ਪੰਜਾਬ ਵਿੱਚ ਕਰ ਰਹੇ ਜਾਂ ਕਿਤੇ ਵੀ ਕਰ ਰਹੇ ਆ, ਵੀ ਉਹ ਉਹਨਾਂ ਤੋਂ ਕੋਈ ਸਬਕ ਸਿੱਖ ਸਕਣ ਜਾਂ ਉਹਨਾਂ ਤੋਂ ਕੋਈ ਚੀਜ਼ ਇੰਸਪਾਇਰ ਹੋ ਸਕਣ। ਇਹੋ ਜਿਹੀਆਂ ਕੁਝ ਯਾਦਾਂ ਜਿਹੜੀਆਂ ਆਪਣੇ ਨਾਟਕਾਂ ਦੀਆਂ, ਜਿਨ੍ਹਾਂ ਦੇ ਮੈਂ ਥੋੜ੍ਹੀ ਦੇਰ ਪਹਿਲਾਂ ਨਾਂ ਲਏ ਸੀਗੇ, ਉਹਨਾਂ ਨਾਲ ਜੁੜੀਆਂ ਹੋਈਆਂ ਯਾਦਾਂ ਕੁਝ ਸਾਡੇ ਨਾਲ ਸਾਂਝੀਆਂ ਕਰੋ ਜੀ। ਜਦ ਵੀ ਤੁਸੀਂ ਕਲਾ ਦੇ ਫੀਲਡ ਵਿੱਚ ਆਉਂਦੇ ਹੋ, ਇੱਕ ਤੇ ਕਾਫੀ ਆਬਵੀਅਸ ਗੱਲ ਹੈਗੀ ਹੈ ਕਿ ਕਲਾ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ। फाइनेंशियल प्रॉब्लम्स है, सोशल प्रॉब्लम्स है, स्ट्रक्चरल प्रॉब्लम्स है, इंफ्रास्ट्रक्चरल प्रॉब्लम्स है। मतलब है ईजी जिंदगी नहीं हैगी और सब दा स्ट्रगल तुसी रेप्लिकेट नहीं कर सकते। जो मेरा स्ट्रगल होया है वो किसी होर दा स्ट्रगल अलग होएगा। मेरा जो एक तरह स्ट्रगल रही है, the struggle has really been to find a system of training an actor. ਤੁਸੀਂ ਐਕਟਰ ਨੂੰ ਟ੍ਰੇਨ ਕਿਸ ਤਰ੍ਹਾਂ ਕਰਦੇ ਹੋ, ਤੁਸੀਂ ਗਰੁੱਪ ਕਿਸ ਤਰ੍ਹਾਂ ਇਕੱਠਾ ਰੱਖਦੇ ਹੋ, ਤੁਸੀਂ ਜਿਸ ਤਰ੍ਹਾਂ ਮੈਨੂੰ ਯਾਦ ਹੈ ਜਦ ਮੈਂ NST ਵਿੱਚ ਸੀ
ਤੇ ਅਲਕਾਜ਼ੀ ਸਾਹਿਬ ਨੇ ਮੈਨੂੰ ਕਿਹਾ, ਇਬਰਾਹਿਮ ਅਲਕਾਜ਼ੀ ਜੋ ਬਹੁਤ ਹੀ ਆਈਕੋਨਿਕ ਫਿਗਰ ਹੈ, ਉਹਨਾਂ ਦਾ ਹਾਲ ਵਿੱਚ ਹੀ ਦੇਹਾਂਤ ਹੋਇਆ ਹੈ। ਮਤਲਬ ਅਲਕਾਜ਼ੀ ਸਾਹਿਬ ਨੇ ਹੀ ਇੱਕ ਤਰ੍ਹਾਂ ਪ੍ਰੋਫੈਸ਼ਨਲਿਜ਼ਮ ਥੀਏਟਰ ਵਿੱਚ ਲੈ ਕੇ ਆਏ ਨਾਰਥ ਇੰਡੀਆ ਵਿੱਚ। ਬਹੁਤ ਹੀ ਮਹਾਨ ਕਲਾਕਾਰ ਔਰ ਬਹੁਤ ਹੀ ਮਹਾਨ ਹਸਤੀ ਸੀ। ਉਹਨਾਂ ਨੇ ਜਦ ਸਪੈਸ਼ਲਾਈਜ਼ੇਸ਼ਨ ਦਾ ਵਕਤ ਆਇਆ, ਉਹਨਾਂ ਨੇ ਮੈਨੂੰ ਕਿਹਾ what would you like to specialize in? ਮੈਂ ਕਿਹਾ ਮੈਂ ਐਕਟਿੰਗ ਵਿੱਚ ਸਪੈਸ਼ਲਾਈਜ਼ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਨਹੀਂ, ਤੁਸੀਂ ਡਾਇਰੈਕਟਰ ਬਣੋ। ਮੈਂ ਕਿਹਾ ਡਾਇਰੈਕਟਰ ਨਹੀਂ, ਕਿਉਂਕਿ ਸਬਜੈਕਟਸ ਬਹੁਤ ਕੰਪਲਿਕੇਟਡ ਹੈ ਡਾਇਰੈਕਸ਼ਨ ਵਿੱਚ, ਚਾਰਟਸ ਬਣਾਉਣੇ ਪੈਂਦੇ ਹੈ ਔਰ ਆਰਕੀਟੈਕਚਰਲ ਡਰਾਇੰਗਸ ਬਣਾਉਣੀਆਂ ਪੈਂਦੀਆਂ ਹੈ, ਔਰ ਮੈਨੂੰ ਪਤਾ ਸੀ ਕਿ ਮੇਰਾ ਉਸ ਤਰਫ ਕੋਈ ਵੀ ਰੁਝਾਓ ਨਹੀਂ। ਸੋ ਆਈ ਵਾਂਟਡ ਟੂ ਡੂ ਐਕਟਿੰਗ, ਕਿਉਂਕਿ ਮੈਨੂੰ ਉਹ ਸਬਜੈਕਟ ਜ਼ਿਆਦਾ ਪਸੰਦ ਸੀ, ਯੋਗਾ, ਮੂਵਮੈਂਟ, ਇੰਪਰੋਵਾਈਜ਼ੇਸ਼ਨਸ, ਉਹ ਮੈਨੂੰ ਸਬਜੈਕਟ ਜ਼ਿਆਦਾ ਇੰਟਰਸਟਿੰਗ ਲੱਗਦੇ ਸੀ। ਹੀ ਸੇਡ ਨਹੀਂ, ਤੁਸੀਂ ਡਾਇਰੈਕਟਰ ਬਣੋ, ਕਿਉਂਕਿ ਡਾਇਰੈਕਟਰ ਹੋਣ ਵਾਸਤੇ 2 ਕੁਆਲਿਟੀਜ਼ ਚਾਹੀਦੀਆਂ, ਔਰ ਮੈਨੂੰ ਲੱਗਦਾ ਤੁਹਾਡੇ ਵਿੱਚ ਉਹ ਕੁਆਲਿਟੀਜ਼ ਹੈ। One is that you have to be a leader, ਕਿਉਂਕਿ ਇੱਕ ਗਰੁੱਪ ਨੂੰ ਇੱਕ ਸੂਤਰ ਨਾਲ ਬੰਦ ਕੇ ਰੱਖਣਾ ਇੱਕ ਲੀਡਰ ਹੀ ਕਰ ਸਕਦਾ ਹੈ। ਦੂਸਰਾ, you have to be a psychologist, ਕਿਉਂਕਿ ਹਰ ਇੱਕ ਐਕਟਰ ਨੂੰ ਇੰਡੀਵਿਜੂਅਲੀ ਟ੍ਰੀਟ ਕਰਨਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਸ ਐਕਟਰ ਨੂੰ ਕਿਸ ਤਰ੍ਹਾਂ ਤੁਸੀਂ ਟ੍ਰੀਟ ਕਰਨਾ ਹੈ, ਕਿੰਨਾ ਪੁਸ਼ ਕਰ ਸਕਦੇ ਹੋ ਜਿਹਦੇ ਨਾਲ ਉਸਦੀ ਅੰਦਰੂਨੀ ਕੈਪੇਬਿਲਿਟੀ, ਪੋਟੈਂਸ਼ੀਅਲ ਉਭਰ ਕੇ ਆਏ। ਪਰ ਮੈਂ ਐਨੀਵੇ ਐਕਟਿੰਗ ਚੂਜ਼ ਕੀਤੀ, ਪਰ NST ਪਾਸ ਕਰਨ ਤੋਂ ਬਾਅਦ ਮੈਂ ਐਕਟਿੰਗ ਨਹੀਂ ਕੀਤੀ, ਮੈਂ ਡਾਇਰੈਕਸ਼ਨ ਵਿੱਚ ਹੀ ਕੰਮ ਕੀਤਾ ਹੈ। ਸੋ ਆਈ ਵੁੱਡ ਸੇ ਦੈਟ ਮੈਂ ਦੇਖਦੀ ਹਾਂ ਕਿ ਐਕਟਰਸ ਨੂੰ ਪੜ੍ਹਨਾ ਬਹੁਤ ਚਾਹੀਦਾ ਹੈ, ਦੇਖਣਾ ਬਹੁਤ ਚਾਹੀਦਾ ਹੈ ਹੋਰ ਲੋਕਾਂ ਦਾ ਕੰਮ। 2 ਕੁਆਲਿਟੀਜ਼ ਜੋ ਬਹੁਤ ਇੰਪੋਰਟੈਂਟ ਹੈ, ਇੱਕ ਤਾਂ ਹੈ ਕਿਊਰੀਓਸਿਟੀ ਬਹੁਤ ਜ਼ਰੂਰੀ ਹੈ, ਉੱਤੋਂ ਸਾਰਾ ਵਕਤ ਆਪਣੇ ਆਪ ਨੂੰ ਚੁਣੌਤੀ ਦੇਣ, how to make yourself fresh, how to continuously chisel and refine your craft, ਕਿਉਂਕਿ ਇਹ ਤੇ ਪੂਰੀ ਜਰਨੀ, ਜਿੰਨੀ ਦੇਰ ਤੁਸੀਂ ਇੱਕ ਪ੍ਰੋਫੈਸ਼ਨ ਨਾਲ ਜੁੜੇ ਹੋਏ ਹੋ, ਕੰਮ ਆਪਣੀ ਜਰਨੀ ਆਫ ਐਕਸਪੈਂਸ਼ਨ, ਜਰਨੀ ਆਫ ਚਿਜ਼ਲਿੰਗ, ਜਰਨੀ ਆਫ ਜੋ ਤੁਹਾਡੀ ਯਾਤਰਾ ਕ੍ਰਾਫਟ ਦੇ ਪ੍ਰਤੀ, ਇਸੇ ਕਰਕੇ ਕਲਾਕਾਰ ਨੂੰ ਸ਼ਿਲਪਕਾਰ ਕਿਹਾ ਜਾਂਦਾ ਹੈ, ਕਿਉਂਕਿ ਉਹ ਕ੍ਰਾਫਟਸਮੈਨ ਹੈ। ਤੁਹਾਨੂੰ ਆਪਣੀ ਕ੍ਰਾਫਟ ਬਹੁਤ ਸਾਰਾ ਵਕਤ ਫਰੈਸ਼ ਰੱਖਣੀ ਪੈਂਦੀ ਹੈ, ਕਿਉਂਕਿ ਇਹ ਜ਼ੁਬਾਨ ਇਸ ਤਰ੍ਹਾਂ ਹੈ, ਥੀਏਟਰ ਦੀ ਜ਼ੁਬਾਨ, ਇਹ ਇੰਨੀ ਜਲਦੀ ਬਦਲਦੀ ਹੈ ਕਿ ਜਿੰਨੀ ਦੇਰ ਤੁਸੀਂ ਪੇਸ ਨਾ ਰੱਖੋ ਉਸ ਚੇਂਜਸ ਨਾਲ, ਤੁਸੀਂ ਕਿੱਥੇ ਨਾ ਕਿੱਥੇ ਪਿੱਛੇ ਰਹਿ ਜਾਂਦੇ ਹੋ। So he's looking elsewhere. It's so difficult for me to talk. ਹਾਂਜੀ ਮੈਡਮ। ਹਾਂਜੀ, ਨਹੀਂ ਮੈਂ ਤੁਸੀਂ ਕਹਿਣਾ ਕਿ ਮੈਨੂੰ ਲੱਗਦਾ ਕਿ ਸਾਰਾ ਵਕਤ they must keep themselves open, ਜੋ ਕਦੀ ਨਹੀਂ ਸੰਤੁਸ਼ਟ ਹੋਣਾ ਚਾਹੀਦਾ ਹੈ। ਹਾਂਜੀ ਹਾਂਜੀ ਮੈਨੂੰ ਲੱਗਦਾ ਕਿ ਜਿਹੜਾ ਕੰਮ ਤੁਸੀਂ ਕਰ ਚੁੱਕੇ ਹੋ ਨਾ, ਜੋ ਤੁਹਾਨੂੰ ਬਹੁਤ ਆਸਾਨੀ ਨਾਲ ਤੁਹਾਡਾ ਕੰਮ ਹੁੰਦਾ ਸਟੇਜ ਉੱਤੇ, ਤੁਸੀਂ ਉਹਨੂੰ ਰਿਜੈਕਟ ਕਰੋ, ਕਿਉਂਕਿ ਇੰਨੀ ਆਸਾਨੀ ਨਾਲ ਆਇਆ ਹੈ। you have to kind of challenge yourself more, ਕਿ ਮੈਂ ਕਿਸ ਤਰ੍ਹਾਂ ਜ਼ਿਆਦਾ ਆਪਣੀ ਕੁਆਲਿਟੀ, ਆਪਣੀ ਕਲਾ ਨੂੰ ਜ਼ਿਆਦਾ ਪਾਵਰਫੁਲ, ਜ਼ਿਆਦਾ ਕਮਿਊਨੀਕੇਟਿਵ, ਔਰ ਸਾਰਾ ਵਕਤ ਇੱਕ ਨਵੀਂ ਭਾਸ਼ਾ ਪਰਫਾਰਮੈਂਸ ਦੀ ਲੱਭਣੀ ਪੈਂਦੀ ਹੈ। ਹਾਂਜੀ ਮੈਡਮ, ਮੇਰਾ ਇੱਕ ਹੋਰ ਮੇਰਾ ਜੀ ਕਰ ਰਿਹਾ ਤੁਹਾਡੇ ਤੋਂ ਜਾਣਨ ਲਈ ਕਿ ਪੰਜਾਬ ਦੇ ਵਿੱਚ ਮੈਂ ਆਪਣੇ ਬਚਪਨ ਵਿੱਚ ਦੇਖਦਾ ਰਿਹਾ ਕੁਝ ਧਾਰਮਿਕ ਕਿਸਮ ਦੇ ਨਾਟਕ ਜਿਹੜੇ ਹੁੰਦੇ ਸੀਗੇ, ਜਿਵੇਂ ਸਾਡੇ ਨਵਾਂ ਸ਼ਹਿਰ ਦੇ ਕੋਲ ਇੱਕ ਪਿੰਡ ਜਾਟਲਾ, ਉੱਥੋਂ ਦੇ ਇੱਕ ਮਲੂਕ ਚੰਦ ਸੀਗੇ ਜਿਹੜੇ ਧਾਰਮਿਕ ਨਾਟਕ ਕਰਦੇ ਸੀਗੇ। ਲੇਕਿਨ ਉਹ ਤੋਂ ਬਾਅਦ ਜਿਹੜੇ ਅਸੀਂ ਨਾਟਕ ਦੇਖਦੇ ਰਹੇ ਹਾਂ ਆਪਣੇ ਗੁਰਸ਼ਰਨ ਭਾਜੀ ਦੇ, ਤੇ ਉਹ ਤੋਂ ਬਾਅਦ ਅੱਜ ਕੱਲ੍ਹ ਵੀ ਨਾਟਕ ਹੁੰਦੇ ਆ,
ਲੇਕਿਨ ਮੇਰੀ ਇੱਕ ਨਿੱਜੀ ਤੌਰ ਦੇ ਉੱਤੇ ਜਿਵੇਂ ਹਰ ਇੱਕ ਬੰਦੇ ਦੀ ਆਪਣੀ ਪਸੰਦ ਹੋ ਸਕਦੀ ਆ, ਪਰ ਇਸ ਤਰ੍ਹਾਂ ਦੇ ਸੂਖਮ ਜਿਹੜੇ ਆ ਬਰੀਕ ਸਮਝ ਵਾਲੇ, ਸੂਖਮ ਪਰਤਾਂ ਵਾਲੇ ਪਲੇ ਸਾਡੇ ਨਹੀਂ ਹੁੰਦੇ ਹੈ। ਜਿਵੇਂ ਅਕਸਰ ਜਿਹੜੇ ਸਲੋਗਨ ਹੁੰਦੇ ਆ, ਜਿਵੇਂ ਨਸ਼ਿਆਂ ਦੀ ਲਾਹਨਤ ਜਾਂ ਦਹੇਜ ਪ੍ਰਥਾ ਜਾਂ ਇਸਤਰੀ ਦੀ ਬੇਕਦਰੀ, ਇਹਨੂੰ ਬਹੁਤ ਸਤਹੀ ਤੇ ਸੁਪਰਫਿਸ਼ੀਅਲ ਲੈਵਲ ਦੇ ਉੱਤੇ ਇਹਨਾਂ ਨੂੰ ਡੀਲ ਕੀਤਾ ਜਾਂਦਾ ਸਾਡੇ ਜਿੱਧਰ ਇੱਧਰ ਪਲੇ ਹੁੰਦੇ ਆ। ਤੇ ਮੈਂ ਅਕਸਰ ਸੋਚਦਾ ਹੁੰਦਾ ਵੀ ਸਾਡੇ ਸਿਰਫ ਪੰਜਾਬ ਦੇ ਵਿੱਚ ਜਿਹੜਾ ਨਾਟਕ ਦਾ ਕਲਚਰ ਜਾਂ ਜਿਹੜੇ ਬੰਦੇ ਨਾਟਕ ਕਰਾ ਰਹੇ ਆ, ਮੈਂ ਮਾਫ਼ੀ ਮੰਗ ਰਿਹਾ ਉਹਨਾਂ ਤੋਂ, ਮੈਂ ਉਹਨਾਂ ਬਾਰੇ ਕੋਈ ਬਹੁਤ ਜ਼ਿਆਦਾ ਸ਼ਿਕਾਇਤ ਨਹੀਂ ਕਰ ਰਿਹਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਇਸ ਤਰ੍ਹਾਂ ਦੇ ਨਾਟਕ ਬਹੁਤ ਜ਼ਿਆਦਾ ਸੂਖਮ ਨਾਟਕ ਨਹੀਂ ਹੁੰਦੇ ਹੈ, ਜਿਸ ਤਰ੍ਹਾਂ ਦੇ ਮੈਂ ਤੁਹਾਡੇ ਨਾਟਕ ਦੇਖੇ ਹੋਏ ਆ। ਕੀ ਤੁਹਾਨੂੰ ਵੀ ਪੰਜਾਬ ਵਿੱਚ ਜਿਹੜੇ ਨਾਟਕ ਹੋ ਰਹੇ ਆ, ਖਾਸ ਤੌਰ ਦੇ ਉੱਤੇ ਜਲੰਧਰ ਤੇ ਚੰਡੀਗੜ੍ਹ ਜਿਹੜੇ ਹੋ ਰਹੇ ਆ, ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ? ਜਾਂ ਤੁਹਾਡਾ ਪੰਜਾਬ ਦੇ ਨਾਟਕ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਾਂ ਤੁਹਾਡਾ ਉਹਦੇ ਬਾਰੇ ਐਕਸਪੀਰੀਅੰਸ ਕੀ ਹੈ ਜੀ? ਮੈਨੂੰ ਲੱਗਦਾ ਕਿ ਪਹਿਲੇ ਮੈਂ ਇਹ ਕਵਾਂਗੀ ਗੱਲ ਕਿ ਬੜੀ ਵਧੀਆ ਸਪੇਸ ਹੈ ਨਾਟਕ ਦੀ, ਕਿਉਂਕਿ ਇੱਕ ਤਰ੍ਹਾਂ ਇੱਕ ਤੁਹਾਨੂੰ ਦਿੰਦੀ ਹੈ ਸੈਂਸ ਆਫ ਕਮਿਊਨਿਟੀ। ਇਟ ਗਿਵਸ ਯੂ ਸੋਸ਼ਲ ਕੌਨਸ਼ੀਅਸਨੈਸ, ਇਟ ਗਿਵਸ ਯੂ ਸੈਂਸ ਆਫ ਆਈਡੈਂਟੀਟੀ। ਪਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਨਾਟਕ ਮੈਂ ਵੀ ਦੇਖਦੀ ਹਾਂ, ਸਟਰੀਟ ਥੀਏਟਰ ਲੈਵਲ ਤੱਕ ਤੇ ਠੀਕ ਹੈ, ਪਰ ਉਹੀਓ ਲੈਵਲ, ਉਹੀਓ ਥੀਏਟਰ ਤੁਸੀਂ ਪ੍ਰਸੀਨੀਅਮ ਵਿੱਚ ਲਿਆਂਦੇ ਹੋ, ਉਹ ਥੋੜਾ ਜਿਹਾ ਖਟਕਦਾ ਤੇ ਹੈ ਮੈਨੂੰ ਵੀ, ਕਿਉਂਕਿ ਥੀਏਟਰ ਕੋਈ ਭਾਸ਼ਣ ਜਾਂ ਕੋਈ ਪੁਲਪਿਟ ਨਹੀਂ ਹੈਗੀ ਜਿੱਥੇ ਤੁਸੀਂ ਜਰਨਲਿਜ਼ਮ ਨਹੀਂ ਹੈਗੀ। ਇਟ ਇਜ਼ ਨਾਟ ਕਿ ਤੁਸੀਂ ਕਹਿ ਰਹੇ ਹੋ ਕਿ ਔਰਤ ਨਾਲ ਇਹ ਨਹੀਂ ਹੋਣਾ ਚਾਹੀਦਾ, ਬਹੁਤ ਬਲੈਕ ਐਂਡ ਵਾਈਟ, ਸਟਲਟੀ ਨਹੀਂ ਹੈ। ਮਤਲਬ ਸ਼ਾਇਦ ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ, ਨਸ਼ਿਆਂ ਦੀ ਜੋ ਇੱਕ ਸੋਸ਼ਲ ਈਵਲ ਹੈ ਜਾਂ ਔਰਤਾਂ ਨਾਲ ਜੋ ਕੀਤਾ ਜਾਂਦਾ ਹੈ। ਪਰ ਤੁਸੀਂ ਜੈਂਡਰ ਨੂੰ ਇੱਕ ਜ਼ਿਆਦਾ, ਜਦ ਤੁਸੀਂ ਆਰਟ ਦੀ ਬਾਰੇ ਗੱਲ ਕਰਦੇ ਹੋ ਜਾਂ ਕਲਾ ਦੇ ਬਾਰੇ ਗੱਲ ਕਰਦੇ ਹੋ, ਤੇ ਉਹੀਓ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਟ੍ਰਾਂਸਫਾਰਮ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹੋ। ਉਹਦਾ ਸਬਟੈਕਸਟ ਕੀ ਹੈ, ਉਹਦਾ ਇਨਵਿਜ਼ੀਬਲ ਟੈਕਸਟ ਕੀ ਹੈ, ਉਹ ਸਾਰੇ ਲੇਅਰਸ ਤੁਸੀਂ ਨਹੀਂ ਐਕਸਪਲੋਰ ਨਹੀਂ ਕੀਤੇ ਜਾਂਦੇ। ਸੋ ਆਈ ਡੂ ਫੀਲ ਕਿ ਇਹ ਆਉਂਦਾ ਹੈ ਫਰੋਮ ਲੈਕ ਆਫ ਐਕਸਪੋਜ਼ਰ। ਇੱਕ ਤੇ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਕੋਈ ਪਾਲਿਸੀ, ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਕਲਾਕਾਰਾਂ ਨੂੰ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਕੋਈ ਇੰਸਟੀਟਿਊਸ਼ਨ ਨਹੀਂ। ਬਹੁਤ ਸਾਲ ਪਹਿਲੇ ਇੱਕ ਇੱਥੇ IAS ਆਫਿਸਰ ਹੁੰਦੀ ਸੀ ਰਵਨੀਤ ਕੌਰ, ਉਸਨੇ ਇੱਕ ਰੈਪਰਟਰੀ ਸ਼ੁਰੂ ਕੀਤੀ ਸੀ। ਉਹ ਰੈਪਰਟਰੀ ਵਿੱਚ ਬਰਟੋਲਡ ਬ੍ਰੈਕਟ ਦੇ ਵੀ ਪਲੇਸ ਹੁੰਦੇ ਸੀ, ਬੜੇ ਡਾਇਰੈਕਟਰਸ ਆਏ, MK ਰਾਇਨਾ, ਬੰਸੀ ਕੌਲ, ਬਲਰਾਜ ਪੰਡਤ, ਕਾਫੀ ਉਸ ਵਕਤ ਯੰਗ ਡਾਇਰੈਕਟਰਸ ਨੇ ਰੈਪਰਟਰੀ ਬਣਾਈ, ਉਹਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਸੀ। ਪਰ ਉਹ ਫਿਰ ਪੋਲੀਟੀਕਲ ਇੰਟਰਫੇਰੈਂਸ ਆ ਗਈ, ਬ੍ਰੈਕਟ ਦਾ ਪਲੇ ਕੀਤਾ ਚੌਕ ਸਰਕਲ, ਆਈ ਥਿੰਕ ਉਹਨਾਂ ਨੇ ਕਿਹਾ ਜੀ ਇਹ ਤੇ ਬੜਾ ਅਸ਼ਲੀਲ ਨਾਟਕ ਹੈ। ਸੋ ਜਦ ਤੁਹਾਡੀ ਇੱਕ ਗਵਰਨਮੈਂਟ ਸਪੋਰਟ ਨਾ ਹੋਏ ਜਾਂ ਕਾਰਪੋਰੇਟ ਸਪੋਰਟ ਨਾ ਹੋਏ, ਕਿਉਂਕਿ ਜਿੰਨੀ ਦੇਰ ਸਪੋਰਟ ਨਹੀਂ ਹੋਏਗਾ, ਫਾਈਨੈਂਸ਼ੀਅਲ ਸਪੋਰਟ, ਵਰਕਸ਼ਾਪ ਦੇ ਲੈਵਲ ਉੱਤੇ, ਟ੍ਰੇਨਿੰਗ ਦੇ ਲੈਵਲ ਉੱਤੇ, ਕੋਈ ਇੱਥੇ ਆਈ ਮੀਨ ਠੀਕ ਹੈ ਕਾਲਜਸ ਵਿੱਚ ਡਰਾਮਾ ਡਿਪਾਰਟਮੈਂਟਸ ਖੁੱਲ ਰਹੇ ਹੈ, ਪਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਚੁਣੋ ਕਿ ਕਿਹੜੇ ਲੋਕ ਹੈਡ ਕਰਦੇ ਹੋ ਡਿਪਾਰਟਮੈਂਟ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਉਹਨਾਂ ਦਾ ਕੀ ਟ੍ਰੇਨਿੰਗ ਹੈਗੀ ਹੈ। ਸੋ ਕੁਛ ਨਾ ਕੁਛ ਮਤਲਬ ਮੈਂ ਦੇਖਿਆ, ਮੈਂ ਵੀ ਡਿਪਾਰਟਮੈਂਟ ਵਿੱਚ ਕੰਮ ਕੀਤਾ ਇੰਨੇ ਸਾਲ, ਉਹ ਇਹੋ ਜਿਹਾ ਡਿਪਾਰਟਮੈਂਟ ਸੀ ਜਿੱਥੇ ਬਹੁਤ ਵਧੀਆ ਲੋਕ ਸੀ। ਮੋਹਨ ਮਾਰਿਸ਼ੀ ਸੀ, ਰਾਣੀ ਬਲਬੀਰ ਕੌਰ ਸੀ, ਕੁਮਾਰ ਵਰਮਾ ਸੀ, ਪ੍ਰੋਫੈਸਰ ਮਹਿੰਦਰ ਸੀ। ਸੋ ਦੇ ਵਰ ਵੈਰੀ ਸੀਰੀਅਸ ਥੀਏਟਰ ਪੀਪਲ। ਤੋ ਡਿਪਾਰਟਮੈਂਟ ਵਿੱਚੋਂ ਕਾਫੀ ਅੱਛੇ ਸਟੂਡੈਂਟਸ ਨਿਕਲੇ, ਪਰ ਹੁਣ ਮੈਂ ਦੇਖਿਆ ਕਿ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਰਿਕਰੂਟਮੈਂਟ ਵਿੱਚ। ਸੋ ਆਈ ਥਿੰਕ ਇੱਕ ਇਨਵਾਇਰਮੈਂਟ ਨਹੀਂ ਬਣਿਆ ਜਿੱਥੇ ਤੁਸੀਂ ਆਰਟ ਨੂੰ ਸੀਰੀਅਸਲੀ ਦੇਖੋ, ਕਿ ਤੁਹਾਨੂੰ ਪਤਾ ਹੈ ਕਿ ਆਰਟ ਦਾ ਮਹੱਤਵ ਸੁਸਾਇਟੀ ਵਿੱਚ ਕਿੰਨਾ ਪਾਵਰਫੁਲ ਹੈ, ਹਿਊਮਨਾਈਜ਼ ਕਰਦਾ ਸੁਸਾਇਟੀ ਨੂੰ। ਜਿਹੜੇ ਗਰੁੱਪਸ
ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਭਾਵੇਂ ਹਲਕੇ ਮਤਲਬ ਸੀਰੀਅਸ ਟੌਪਿਕਸ ਨੂੰ ਹਲਕੇ ਫੁਲਕੇ ਤਰੀਕੇ ਨਾਲ ਪੇਸ਼ ਕਰ ਰਹੇ ਹੋਣ, ਪਰ ਕਿਤੇ ਨਾ ਕਿਤੇ ਉਹ 10-12 ਲੋਕਾਂ ਨੂੰ ਬਾਈਂਡ ਤੇ ਕਰ ਰਹੇ ਹੈ ਨਾ, ਇੱਕ ਗਰੁੱਪ ਤੇ ਬਣਾਇਆ ਹੈ ਨਾ। ਸ਼ਾਮ ਨੂੰ ਕੁਝ ਗੱਲਬਾਤ ਹੁੰਦੀ ਹੈ, ਕੁਝ ਕਹਿੰਦੇ ਨਸ਼ੇ ਖਰਾਬ ਹੈ, ਜੋ ਖੁਦ ਕਹਿ ਰਹੇ ਹੋ ਖੁਦ ਤੇ ਨਸ਼ੇ ਨਹੀਂ ਕਰੇਗਾ, ਸੋ ਆਪਣੇ ਆਪ ਨੂੰ ਕਿਤੇ ਨਾ ਕਿਤੇ ਇੱਕ ਅੱਛੀ ਸਪੇਸ ਦਿੱਤੀ ਹੈ। ਆਈ ਥਿੰਕ ਉਹੋ ਗਰੁੱਪਸ ਵਿੱਚ ਅਗਰ ਜਿਹੜੀਆਂ ਅਕੈਡਮੀਜ਼ ਹੈ ਉਹ ਕਿਸੇ ਟ੍ਰੇਨਰ ਨੂੰ ਭੇਜੇ ਕਿ ਇਹਨਾਂ ਨਾਲ 10 ਦਿਨ ਦਾ ਵਰਕਸ਼ਾਪ ਕਰੋ, ਜਾਂ ਉਹਨਾਂ ਨੂੰ ਟਰੈਵਲ ਟੂਰ ਤੇ ਲੈ ਜਾਣ, ਜਿੱਥੇ ਅਲੱਗ-ਅਲੱਗ ਵੈਲ ਨੋਨ ਡਾਇਰੈਕਟਰਸ ਦਾ ਕੰਮ ਦਿਖਾਏ, ਕੋਈ ਡਿਸਕਸ਼ਨ ਹੋਏ, ਕੋਈ ਕਨਵਰਸੇਸ਼ਨ ਹੋਏ, ਸਭ ਆਪਣੇ ਆਪਣੇ ਜਿਸ ਤਰ੍ਹਾਂ ਖੁੱਡਾਂ ਵਿੱਚ ਕੰਮ ਕਰ ਰਹੇ ਹੈ, ਇਹ ਖੁੱਡ ਵਿੱਚ ਕੋਈ ਕੰਮ ਕਰ ਰਿਹਾ, ਉਹ ਖੁੱਡ ਵਿੱਚ ਕੋਈ ਕੰਮ ਕਰ ਰਿਹਾ ਹੈ, ਔਰ ਇੱਕ ਦੂਸਰੇ ਨਾਲ ਇੰਟਰੈਕਸ਼ਨ ਜ਼ੀਰੋ ਹੈਗੀ ਹੈ। ਸੋ ਇੱਕ ਨੈਟਵਰਕ ਨਹੀਂ ਬਣਿਆ ਜਿਹਦੇ ਨਾਲ ਇੱਕ ਕਨਵਰਸੇਸ਼ਨ ਜਾਂ ਡਾਇਲੌਗ ਹੋ ਸਕੇ, ਜਿੱਥੇ ਯੰਗ ਲੋਕ ਜੋ ਕੰਮ ਕਰ ਰਹੇ, ਜੋ ਇੰਨਾ ਇੰਪੈਕਟਫੁਲ ਨਹੀਂ, ਉਹਨਾਂ ਨੂੰ ਦੱਸਿਆ ਜਾਏ, ਉਹਨਾਂ ਨੂੰ ਕਿਹਾ ਜਾਏ ਕਿ ਇਹੋ ਕੰਮ ਅਗਰ ਤੁਸੀਂ ਕੋਈ ਟੈਕਸਟ ਪਾ ਸਕਦੇ ਹੋ, ਉਹਦੇ ਵਿੱਚ ਕੁਝ ਟ੍ਰੇਨਿੰਗ ਪਾ ਸਕਦੇ ਹੋ, ਉਹਦੇ ਵਿੱਚ ਕੋਈ ਕੋਰੀਓਗ੍ਰਾਫੀ ਪਾ ਸਕਦੇ ਹੋ, ਸਮਟਾਈਮਸ an image is more powerful than words. So I think it is really a lack of exposure, lack of training, ਉਹ ਬਹੁਤ ਇੱਕ ਕਿਸਮ ਦਾ ਨਾ ਵੈਕਿਊਮ ਹੈਗਾ। ਸਹੀ ਗੱਲ ਹੈ ਮੈਡਮ। ਇੱਕ ਤੁਹਾਨੂੰ ਇੱਕ ਸਵਾਲ ਮੇਰੇ ਵੱਲੋਂ ਹੋਰ, ਕਿ ਤੁਸੀਂ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰਦੇ ਰਹੇ ਆ, ਪੜ੍ਹਾਉਂਦੇ ਰਹੇ ਆ, ਤੇ ਕਿਉਂਕਿ ਉਹ ਥੀਏਟਰ ਡਿਪਾਰਟਮੈਂਟ ਗਾਰਗੀ ਸਾਹਿਬ ਨੇ ਐਸਟੈਬਲਿਸ਼ ਕੀਤਾ ਸੀਗਾ, ਉਹ ਕਾਫੀ ਦੇਰ ਉੱਥੇ ਰਹੇ ਵੀ, ਤੇ ਗਾਰਗੀ ਸਾਹਿਬ ਦਾ ਬਾਰੇ ਵੀ ਤੁਸੀਂ ਆਪਣਾ ਵਿਊ ਪੁਆਇੰਟ ਜਾਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਿਆ, ਕੁਝ ਯਾਦਾਂ ਕੁਝ ਸਾਂਝੀਆਂ ਕਰੋਗੇ ਜੀ? Balwant Gargi was quite a man of theatre. ਮਤਲਬ ਉਹ ਥੀਏਟਰ ਨਾਲ ਬਹੁਤ ਉਹਨਾਂ ਦਾ ਗਹਿਰਾ ਸੰਬੰਧ ਸੀ। ਉਹਨਾਂ ਨੇ ਪਲੇਜ਼ ਵੀ ਕਾਫੀ ਲਿਖੇ, ਬਟ ਪਰਹੈਪਸ ਉਹ ਪਲੇਜ਼ ਜਿਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਪਲੇਜ਼ ਲਿਖੇ, ਬਹੁਤ ਪ੍ਰਭਾਵਿਤ ਸੀ। ਲੋਰਕਾ ਦਾ ਪ੍ਰਭਾਵ ਉਹਨਾਂ ਦੇ ਕੰਮ ਵਿੱਚ ਬਹੁਤ ਦਿਖਦਾ ਹੈ, ਟੈਨੇਸੀ ਵਿਲੀਅਮਸ ਦਾ, ਯੂਜੀਨ ਓਨੀਲ ਦਾ ਕੰਮ ਦਾ ਪ੍ਰਭਾਵ, ਕਿਉਂਕਿ ਉਹ ਬਹੁਤ ਸਾਲ ਯੂਨੀਵਰਸਿਟੀ ਆਫ ਸ਼ੀਐਟਲ ਵਿੱਚ ਪੜ੍ਹਾਉਂਦੇ ਰਹੇ। ਸੋ ਹੀ ਵਾਜ਼ ਅ ਫਰੈਂਡ ਆਫ ਮੈਨੀ powerful directors there. So he was experienced. ਉਹਨਾਂ ਨੇ ਡਰਾਮਾ ਡਿਪਾਰਟਮੈਂਟ ਦੀ ਸਥਾਪਨਾ ਕੀ। ਉਸ ਵਕਤ ਵੀ ਇਸ ਤਰ੍ਹਾਂ ਸੀ ਕਿ ਸੁਣਨ ਵਾਲੇ ਤੁਹਾਨੂੰ ਲੋਕ ਮਿਲਦੇ ਸੀ। There would be a vice chancellor who would listen to Gargi. When Gargi said, let's open a department, ਉਹਨਾਂ ਨੇ ਡਿਪਾਰਟਮੈਂਟ ਖੁਲਵਾ ਦਿੱਤਾ। ਜੋ ਸਿਲੇਬਸ ਉਹਨਾਂ ਨੇ ਸਟਰਕਚਰ ਕੀਤਾ, ਬਹੁਤ ਸਾਊਂਡ ਸਿਲੇਬਸ ਸੀ। ਉਹੀ ਸਿਲੇਬਸ ਕਿਤੇ ਨਾ ਕਿਤੇ ਅੱਜ ਤੱਕ ਚੱਲ ਰਿਹਾ ਹੈ। ਉਹਨਾਂ ਦਾ ਸਿਲੇਬਸ, ਅਲਕਾਜ਼ੀ ਸਾਹਿਬ ਦੇ ਬਹੁਤ ਅੱਛੇ ਦੋਸਤ ਸੀ। ਮਤਲਬ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਗਗਨ ਮੇਥਾਲ ਜੋ ਉਹਨਾਂ ਨੇ ਲਿਖਿਆ, ਸ਼ਿਵ ਕੁਮਾਰ ਬਤਾਲਵੀ ਨੇ ਗਾਣੇ ਦਿੱਤੇ। ਮੈਂ ਸ਼ਿਵ ਕੁਮਾਰ ਬਤਾਲਵੀ ਜੀ ਨਾਲ ਵੀ ਮੈਂ ਮਿਲੀ, ਮੈਂ ਕਾਸਟਿਊਮਸ ਕਰ ਰਹੀ ਸੀ ਉਸ ਗਗਨ ਮੇਥਾਲ 500 ਸਾਲਾ ਜਦ ਮਨਾਇਆ ਗਿਆ। So he was a very open person. ਕਾਫੀ ਓਪਨ ਸੀ। ਖਾਨ ਮਤਲਬ ਖਾਣੇ ਵਿੱਚ, ਪਿਲਾਣੇ ਵਿੱਚ, ਉਹਨਾਂ ਦਾ ਹਾਊਸ ਬੜਾ ਓਪਨ ਜਿਹਾ ਹਾਊਸ ਸੀ। ਬੜਾ ਪੋਸਟਰ ਸੀ, ਮਤਲਬ ਇਹੋ ਜਿਹਾ ਘਰ ਸੀ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ। ਪੋਸਟਰ ਲੱਗੇ ਹੋਏ, ਕਿਤਾਬਾਂ ਬਹੁਤ ਜ਼ਿਆਦਾ ਕਿਤਾਬਾਂ, ਜੌਂ ਜੈਨੇ ਬਾਰੇ ਪਤਾ ਲੱਗਿਆ, ਜੌਂ ਔਨਵੀ ਬਾਰੇ ਪਤਾ ਲੱਗਿਆ, ਵਰਲਡ ਥੀਏਟਰ ਬਾਰੇ ਪਤਾ ਲੱਗਿਆ। ਸੋ ਹੀ ਵਾਜ਼ ਅ ਵੈਰੀ ਇੰਟਰਸਟਿੰਗ ਮੈਨ। ਉਸ ਸਮੇਂ ਵਾਸਤੇ ਕਾਫੀ ਰੈਡੀਕਲ ਔਰ ਰੈਵੋਲੂਸ਼ਨਰੀ ਕਿਸਮ ਦੇ ਇਨਸਾਨ ਸੀ। ਔਰ ਕਿਤੇ ਨਾ ਕਿਤੇ ਮੇਰਾ ਪਹਿਲਾ ਐਕਸਪੋਜ਼ਰ ਥੀਏਟਰ ਦਾ ਉਹਨਾਂ ਦੇ ਜ਼ਰੀਏ ਹੋਇਆ। ਅਸੀਂ ਐਂਟੀਗਨੀ ਕੀਤਾ ਜੌਂ ਔਨਵੀ ਦਾ, ਫਿਰ ਮੇਡਸ ਕੀਤਾ ਜੌਂ ਜੈਨੇ ਦਾ, ਫਿਰ ਗਗਨ ਮੇਥਾਲ ਕੀਤਾ। ਉੱਥੋਂ ਹੀ ਮੈਨੂੰ ਪ੍ਰੇਰਨਾ ਮਿਲੀ NST ਜੁਆਇਨ ਕਰਨ ਦੀ। ਸੋ ਹੀ ਵਾਜ਼
I mean, I was familiar with his playwriting. उन्होंने अपने plays नहीं कीते, अपने plays direct नहीं कीते. जब कनक दी बली ਉਹਨਾਂ ਦਾ play direct ਹੋਇਆ ਤਾਂ ਬੀਵੀ ਕਾਰੰਤ ਨੂੰ ਬੁਲਾਇਆ ਕਨਕ ਦੀ ਬਲੀ play direct ਕਰਨ ਵਾਸਤੇ. ਸੋ ਉਧਾਰ ਆਦਮੀ ਸੀ. To set up the department. ਹਾਂਜੀ ਹਾਂਜੀ ਮੈਡਮ, ਤੁਹਾਡੀ ਆਵਾਜ਼ ਬੰਦ ਹੋ ਗਈ. ਮੇਰੀ ਆਵਾਜ਼? ਹਾਂ ਹੁਣ ਆ ਗਈ ਹਾਂਜੀ ਹਾਂਜੀ, ਮੈਂ ਚੁੱਪ ਸੀ ਜੀ. ਅੱਛਾ ਹਾਂਜੀ ਮੈਡਮ, ਇੱਕ ਤੁਹਾਡੇ ਕੋਲੋਂ ਹੋਰ ਜਾਣਨ ਜੀ ਕਰ ਰਿਹਾ ਵੀ ਤੁਸੀਂ ਖਾਸ ਤੌਰ ਦੇ ਉੱਤੇ ਜਿਹੜੇ ਟੈਗੋਰ ਥੀਏਟਰ ਦੇ ਵਿੱਚ ਤੁਸੀਂ ਬਹੁਤ ਬੜੇ ਵਧੀਆ ਜਿਹੜੇ ਪਲੇ ਕੀਤੇ ਤੁਸੀਂ, ਉਹਨਾਂ ਦੇ ਕੁਝ ਕੈਰੈਕਟਰ ਜਿਹੜੇ ਆ, ਜਿਹੜੇ ਕੁਝ ਕੁੜੀਆਂ ਕੁਝ ਲੜਕੇ ਜਿਹੜੇ ਤੁਹਾਡੀ ਨਜ਼ਰ ਵਿੱਚ ਬਹੁਤ ਅੱਛਾ ਜਿਨ੍ਹਾਂ ਨੇ ਕੰਮ ਕੀਤਾ ਤਾਂ ਜਿਹੜੇ ਕੋਈ ਅੱਛੇ ਸੀਗੇ, ਉਹਨਾਂ ਦੀਆਂ ਵੀ ਕੁਝ ਗੱਲਾਂ ਜਾਂ ਕੁਝ ਯਾਦਾਂ ਤੁਸੀਂ ਸਾਂਝੀ ਕਰ ਸਕਦੇ ਆ ਜੀ? ਦੇਖੋ, ਪਹਿਲੀ ਮੈਂ ਟੈਗੋਰ ਥੀਏਟਰ ਵਿੱਚ ਕਦੀ ਕੰਮ ਨਹੀਂ ਕਰਦੀ. ਰੌਕ ਗਾਰਡਨ ਵਿੱਚ? ਰੌਕ ਗਾਰਡਨ, ਹਾਂ ਰੌਕ ਗਾਰਡਨ. ਸੋ ਮੈਂ ਰੌਕ ਗਾਰਡਨ ਵਿੱਚ ਸਾਰੇ ਪਲੇਸ ਕਰਦੀ ਹਾਂ ਕਿਉਂਕਿ ਮੇਰਾ ਜੋ ਸੰਬੰਧ ਰੌਕ ਗਾਰਡਨ ਨਾਲ ਹੈ ਉਹ ਬਹੁਤ ਇਨਐਕਸਟ੍ਰਿਕੇਬਲ ਹੈ ਕਿਉਂਕਿ ਮੈਨੂੰ ਉਹ ਸਪੇਸ, ਮੈਨੂੰ ਲੱਗਦਾ ਕਿ ਜਿਸ ਸ਼ਹਿਰ, ਜਦ ਤੁਸੀਂ ਆਪਣੇ ਸ਼ਹਿਰ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਇੱਕ ਸਪੇਸ ਨਾਲ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹੋ, ਔਰ ਮੈਂ ਜੋ ਸਪੇਸ ਜਿਹਦੇ ਨਾਲ ਮੈਂ ਜੁੜੀ ਉਹ ਰੌਕ ਗਾਰਡਨ ਸੀ. ਉੱਥੇ ਕੰਮ ਕਰਨਾ ਕਾਫੀ ਮੁਸ਼ਕਲ ਹੈ ਕਿਉਂਕਿ ਉੱਥੇ ਕੋਈ ਇਲੈਕਟ੍ਰਿਸਿਟੀ ਨਹੀਂ, ਬਹੁਤ ਜ਼ਿਆਦਾ ਪੂਰਾ ਨਵਾਂ ਇਨਫਰਾਸਟ੍ਰਕਚਰ ਬਣਾਉਣਾ ਪੈਂਦਾ ਹੈ, ਇਲੈਕਟ੍ਰਿਸਿਟੀ ਡਿਪਾਰਟਮੈਂਟ ਨਾਲ, ਐਡਮਿਨਿਸਟ੍ਰੇਸ਼ਨ ਨਾਲ, ਫਿਊਮੀਗੇਸ਼ਨ ਡਿਪਾਰਟਮੈਂਟ ਨਾਲ. ਕਦੀ ਕਦੀ ਮੈਂ ਖੁਦ ਹੈਰਾਨ ਹੋ ਜਾਂਦੀ ਹਾਂ ਕਿ ਮੈਂ ਕਿੱਥੋਂ ਉਹ ਐਨਰਜੀ ਲਿਆਂਦੀ ਹਾਂ, ਇੰਨੀ ਇੰਨਾ ਜ਼ਿਆਦਾ ਕੰਮ, ਮਤਲਬ ਇੰਨੇ ਜ਼ਿਆਦਾ ਡਿਪਾਰਟਮੈਂਟਸ ਨਾਲ ਕੋਆਰਡੀਨੇਟ ਕਰਨ ਵਾਸਤੇ. ਸੋ ਆਈ ਡੂ ਮੋਸਟ ਆਫ ਮਾਈ ਪਲੇਜ਼ ਐਟ ਦ ਰੌਕ ਗਾਰਡਨ. ਮੇਰਾ ਆਪਣਾ ਗਰੁੱਪ ਹੈ ਜਿਹਦੇ ਵਿੱਚ ਜੋ 32 years ਅਸੀਂ ਇਕੱਠੇ ਰਹੇ. ਫਿਰ ਹੌਲੀ ਹੌਲੀ ਕੋਈ ਇੱਥੇ ਚਲਾ ਗਿਆ, ਕੋਈ ਉੱਥੇ ਚਲਾ ਗਿਆ. ਫਿਰ ਮੇਰੀ ਵੀ ਖੁਆਇਸ਼ ਹੋਈ ਕਿ ਇੱਕ ਯੰਗਰ ਲੋਕਾਂ ਨਾਲ ਕੰਮ ਕਰਾਂ. ਸੋ ਮੇਰੇ 2 ਗਰੁੱਪਸ ਚੱਲਦੇ ਹੈ. I mean, I work with many wonderful actors. There's Ramanjeet Kaur, there's Vansh Bhardwaj, there's Pamela Singh, there's Gik Karewal, there's Payal Chowdhury. So they've all been very loyal, very wonderful, very committed, very hardworking, complete dependency. ਕਿਉਂਕਿ ਕੀ ਹੈਗਾ ਕਿ ਅਸੀਂ ਕੰਮ ਤੇ ਇਕੱਠੇ ਕਰਦੇ ਹਾਂ ਪਰ ਅਸੀਂ ਜ਼ਿੰਦਗੀ ਵੀ ਸਾਡੀ ਸਾਂਝੀ ਹੋ ਗਈ ਹੈ. ਮੇਰੇ ਬੱਚੇ, ਉਹਨਾਂ ਦੇ ਬੱਚੇ, ਉਹਨਾਂ ਦੇ ਘਰ ਵਾਲੇ, ਮੇਰਾ ਘਰ ਵਾਲਾ, ਮੇਰਾ ਘਰ, ਉਹਨਾਂ ਦਾ ਘਰ, ਮਤਲਬ ਜਿਸ ਤਰ੍ਹਾਂ ਐਕਸਟੈਂਡਡ ਜੁਆਇੰਟ ਫੈਮਿਲੀ ਹੈ ਉਸ ਤਰ੍ਹਾਂ ਬਣ ਗਿਆ ਹੈ. ਹੁਣ ਇੱਕ ਹੋਰ ਗਰੁੱਪ ਹੈ ਮੇਰਾ ਜਿਹਦੇ ਵਿੱਚ ਅੰਬਿਕਾ, ਮਹੇਸ਼, ਸੁਰਿੰਦਰ, ਗੁਰਸੇਵਕ, ਮਤਲਬ ਯੰਗਰ ਲੋਟ ਜੋ ਡਿਪਾਰਟਮੈਂਟ ਤੋਂ ਪਾਸ ਆਊਟ ਹੈਗੀ ਹੈ, ਕੁਝ NST ਦੇ ਪਾਸ ਆਊਟ ਹੈਗੀ ਹੈ. ਸੋ ਮੇਰੇ 2 ਗਰੁੱਪ ਚੱਲਦੇ ਆ. ਹੁਣੇ ਮੈਂ ਰੀਸੈਂਟਲੀ ਇੱਕ ਪਲੇ ਕੀਤਾ ਹੈ, ਮੈਂ ਤੁਹਾਨੂੰ ਲਿੰਕ ਭੇਜਾਂਗੀ, ਤੁਸੀਂ ਸ਼ਾਇਦ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ. ਮੈਂ ਇੱਕ ਪਲੇ ਕੀਤਾ ਹੈਗਾ ਕੋਵਿਡ ਦੇ ਵਕਤ, ਜੋ ਮੈਨੂੰ ਕਮਿਸ਼ਨਡ ਪ੍ਰੋਜੈਕਟ ਮਿਲਿਆ ਰੰਗ ਸ਼ੰਕਰਾ ਤੋਂ, ਜੋ ਬੈਂਗਲੌਰ ਦਾ ਇੱਕ ਸੰਸਥਾ ਹੈ, ਵੈਰੀ ਇੰਪੋਰਟੈਂਟ ਸੰਸਥਾ. ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਲੇ ਕਰੋ ਔਰ ਉਹਨੂੰ ਫਿਲਮ ਕਰੋ ਤੇ ਅਸੀਂ ਸਟ੍ਰੀਮ ਕਰਾਂਗੇ. ਹੁਣ ਉਹ ਸਟ੍ਰੀਮ ਕਰ ਰਹੇ ਹੈ ਇਸ ਵਕਤ. 4 ਤਾਰੀਖ ਦੀ ਇਨੋਗਰੇਸ਼ਨ ਹੈ ਜਿਹਦਾ ਨਾਮ ਹੈ ਬਲੈਕ ਬਾਕਸ, ਜਿਹਦੇ ਵਿੱਚ ਵੰਸ਼ ਭਰਦਵਾਜ ਨੇ ਕੰਮ ਕੀਤਾ ਹੈ. ਔਰ ਮੇਰਾ ਬੇਟਾ, ਛੋਟਾ ਬੇਟਾ, ਜੋ ਕੋਵਿਡ ਦੀ ਵਜ੍ਹਾ ਚੰਡੀਗੜ੍ਹ ਵਿੱਚ ਹੀ ਹੈਗਾ, ਨਹੀਂ ਤਾਂ ਬੰਬੇ ਰਹਿੰਦਾ ਹੈ, ਉਸਨੇ ਉਹਦਾ ਸਿਨੇਮੈਟਿਕ ਅਡੈਪਟੇਸ਼ਨ ਕੀਤਾ ਹੈ ਜੋ ਜ਼ੂਮ ਹੋ ਰਿਹਾ ਹੈ. ਸੋ ਆਈ ਹੈਵ ਅ ਮਾਰਵਲਸ ਗਰੁੱਪ ਆਫ ਪੀਪਲ. ਔਰ ਮੇਰਾ ਗਰੁੱਪ ਨਾ ਬੜੇ ਇੱਕ ਮਿਸ਼ਰਣ ਹੈਗਾ ਕਿਉਂਕਿ ਮੈਂ ਬੜੇ ਸਾਲਾਂ ਤੋਂ ਨਕਾਲਾਂ ਨਾਲ ਕੰਮ ਕਰਦੀ ਹਾਂ. ਨਕਲ ਜੋ ਪੰਜਾਬ ਦੀ ਇੱਕ ਪਰੰਪਰਾਗਤ ਕਲਾ ਹੈਗੀ ਹੈ, ਨਕਲ ਜੋ ਪਰਸ਼ੀਅਨ ਵਰਡ ਤੋਂ ਇਮੀਟੇਟ, ਫੀਮੇਲ ਇੰਪਰਸਨੇਟਰਸ ਵੀ ਉਹਦੇ ਵਿੱਚ. it is not classical, it's not a classical tradition, but it is what you would call local tradition. So BV Karan jo mere
मेंटोर, टीचर, कुलीग रह चुके है, बड़े अच्छे दोस्त गुजर गए सी 2002 ਵਿੱਚ। ਉਹਨਾਂ ਨੇ 22 ਸਾਲ ਮੇਰੇ ਗਰੁੱਪ ਨਾਲ ਮਿਊਜ਼ਿਕ ਡਾਇਰੈਕਟ ਕੀਤਾ ਹੈ। ਉਹਨਾਂ ਨੇ ਮੇਰੇ ਮਿਊਜ਼ੀਸ਼ੀਅਨਸ ਨਕਾਲਾ ਨਾਲ ਉਹਨਾਂ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਤੁਸੀਂ ਟ੍ਰੈਡੀਸ਼ਨਲ ਇਨਸਟਰੂਮੈਂਟਸ ਨੂੰ ਨਾਨ ਟ੍ਰੈਡੀਸ਼ਨਲ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ। ਸੋ ਮੇਰਾ ਇੱਕ ਗਰੁੱਪ ਹੈ ਜਿੱਥੇ ਸ਼ਹਿਰੀ ਐਕਟਰ ਤੇ ਪਿੰਡਾਂ ਦੇ ਐਕਟਰ ਦਾ ਮਿਸ਼ਰਣ, ਕਿ ਦੋ ਅਲੱਗ ਪਰੰਪਰਾ ਤੋਂ ਟ੍ਰੇਨਿੰਗ ਸਕੂਲਸ ਤੋਂ ਗਰੁੱਪਸ ਕਿਸ ਤਰ੍ਹਾਂ ਇੱਕ ਦੂਸਰੇ ਦੀ ਜ਼ਿੰਦਗੀ ਵਿੱਚ ਕ੍ਰਾਸਓਵਰ ਕਰਦੇ ਹੈ। ਉਹ ਇੱਕ ਮੇਰੇ ਵਾਸਤੇ ਬਹੁਤ ਇੰਪੋਰਟੈਂਟ ਲੀਟ ਮੋਟਿਵ ਬਣ ਗਿਆ ਕੰਮ ਕਰਨ ਦਾ ਤਰੀਕਾ। ਉਹਦੇ ਵਿੱਚ ਫੀਮੇਲ ਇੰਪਰਸਨੇਟਰਸ ਵੀ ਹੈ, ਔਰ ਫੀਮੇਲ ਇੰਪਰਸਨੇਟਰਸ ਕਰਕੇ ਮੇਰੇ ਗਰੁੱਪ ਵਿੱਚ ਔਰ ਮੇਰੀ ਆਪਣੀ ਸਾਈਕੋਲੋਜੀ ਵਿੱਚ ਇਹ ਬਹੁਤ ਜ਼ਿਆਦਾ ਇੱਕ ਕਨਸੈਪਟ ਬੈਠ ਗਿਆ ਹੈ that how do you construct gender on stage? Gender एक biological है या performative construct है? जब एक औरत मर्द बनती है या एक मर्द एक औरत बनता है तो की चीज वो ड्रॉप कर दे है to become a woman or to become a man? वो conceptual जड़ा एक ideological, conceptual, emotional जेंडर स्पेस जो बन गई है ना मेरे ग्रुप विच, वो मेरे वास्ते काफी स्पेशल है। सो यू नो बड़े सारे ਵੱਡੇ ਵੱਡੇ ਕਲਾਕਾਰ जो जुड़े हुए सी मेरे ग्रुप नाल, उन्हां दी मृत्यु हो गई है जिहदे नाल इस साल ही 2 लोग गुजर गए। मुंदरी लाल जो काफी वेल नोन तुम्बी मास्टर सी, 35 इयर्स उन्हें मेरे नाल काम किया। मेहर चंद मस्ताना जो बहुत एक इन अ सर्टन वे एक आर्काइव सी पंजाबी किस्सियां दा ते ट्यून्स दा ते लिरिक्स दा ते कहानियां दा। वो 4 महीने पहले गुजर गया, कोविड करके नहीं, हार्ट अटैक हो गया। सो हौली हौली प्रेमचंद बहुत सारे लोग चले गए, पर किथे ना किथे मेरा एक तरीका बन गया काम करन दा उन्हां दे प्रभाव नाल। ਇਹ प्रभाव बहुत अनकॉन्शियस सबकॉन्शियस लेवल ते भी चलदा है, एक्टर्स दे मन विच, मेरे मन विच, उन्हां दे मन विच, कि आज वो जिहड़ी लाइन है ना बिटवीन रूरल एंड अर्बन वो बिल्कुल ही मिट गई है। ਮੈਡਮ ਇੱਕ ਹੋਰ ਅਹਿਮ ਸਵਾਲ ਤੁਹਾਡੇ ਕੋਲੋਂ ਕਿ ਤੁਸੀਂ ਜਦੋਂ ਪੰਜਾਬੀ ਥੀਏਟਰ ਕਰ ਰਹੇ ਆ ਤੇ ਤੁਹਾਡੇ ਮਨ ਵਿੱਚ ਪੰਜਾਬ ਦਾ ਜ਼ਰੂਰ ਕੋਈ ਨਾ ਕੋਈ ਖਾਬ, ਤੁਸੀਂ ਕਿਸ ਤਰ੍ਹਾਂ ਦਾ ਪੰਜਾਬ ਦੇਖਿਆ ਤੇ ਕਿਸ ਤਰ੍ਹਾਂ ਦਾ ਪੰਜਾਬ ਤੁਹਾਡੇ ਸਾਹਮਣੇ ਸਾਨੂੰ ਨਜ਼ਰ ਆ ਰਿਹਾ, ਤੇ ਤੁਸੀਂ ਕਿਸ ਤਰ੍ਹਾਂ ਦਾ ਪੰਜਾਬ ਦੇਖਣਾ ਚਾਹੁੰਦੇ ਆ ਆਪਣੇ ਨਾਟਕ ਦੇ ਥਰੂ, ਤੁਸੀਂ ਥੀਏਟਰ ਦੇ ਥਰੂ ਪੰਜਾਬ ਨੂੰ ਕਿਸ ਤਰ੍ਹਾਂ ਦੀ ਇੱਕ ਰੂਪ ਰੇਖਾ ਦੇਣੀ ਚਾਹੁੰਦੇ ਆ। ਜਿਵੇਂ ਅੱਜ ਕੱਲ੍ਹ ਪੰਜਾਬ ਖਾਸ ਤੌਰ ਦੇ ਉੱਤੇ ਜਿਵੇਂ ਕਿਹਾ ਜਾਂਦਾ ਵੀ ਪੰਜਾਬ ਦਾ ਕਲਚਰ ਐਗਰੀਕਲਚਰ ਆ, ਇਹ ਭਾਵੇਂ ਉਸ ਤਰ੍ਹਾਂ ਟਰੂ ਨਹੀਂ ਹੈ, ਪਰ ਕਿਤੇ ਨਾ ਕਿਤੇ ਸਾਨੂੰ ਇਸ ਤਰ੍ਹਾਂ ਦੀ ਫੀਲਿੰਗ ਜ਼ਰੂਰ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਸੰਗੀਤ, ਪੰਜਾਬ ਦਾ ਨਾਟਕ ਬਹੁਤ ਉਸ ਤਰ੍ਹਾਂ ਦਾ ਪੱਧਰ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਤੁਸੀਂ ਇਸ ਕਲਾ ਦੇ ਰਾਹੀਂ ਆਪਣੀ ਜਿਹੜੀ ਤੁਸੀਂ ਸਾਰੀ ਇਹ ਮਿਹਨਤ ਕੀਤੀ ਹੈ ਜਾਂ ਕਰ ਰਹੇ ਆ, ਇਹਦੇ ਥਰੂ ਤੁਸੀਂ ਪੰਜਾਬ ਨੂੰ ਕਿਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਆ? ਥੋੜ੍ਹਾ ਜਿਹਾ ਪੰਜਾਬ ਬਾਰੇ, ਤੁਹਾਡੇ ਸੁਪਨੇ ਦਾ ਪੰਜਾਬ ਕਿਸ ਤਰ੍ਹਾਂ ਦਾ, ਜਿਸ ਤਰ੍ਹਾਂ ਦੇ ਤੁਸੀਂ ਦੇਖਣਾ ਚਾਹੁੰਦੇ ਆ ਜਾਂ ਸਿਰਜਣਾ ਚਾਹੁੰਦੇ ਆ ਜੀ? यू नो ਇਹ ਮੇਰੇ ਵਾਸਤੇ ਸਵਾਲ ਕਾਫੀ ਕਠਿਨ ਹੈ, ਕਿਉਂਕਿ ਜੋ ਇੱਕ ਕਲਾਕਾਰ ਦੀ ਯਾਤਰਾ ਹੁੰਦੀ ਹੈ ਆਪਣੀ ਕਲਾ ਵਿੱਚ, ਉਹ ਬੜੀ ਪਰਸਨਲ, ਪ੍ਰਾਈਵੇਟ ਤੇ ਇੰਡੀਵਿਜੂਅਲ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਪੰਜਾਬੀ ਵਿੱਚ ਨਾਟਕ ਕਰ ਰਹੀ ਹਾਂ, ਮੈਂ ਜਦ ਵਰਲਡ ਕਲਾਸਿਕਸ ਦਾ ਅਨੁਵਾਦ ਪੰਜਾਬੀ ਵਿੱਚ ਹੋ ਜਾਂਦਾ ਹੈ ਤੇ ਜੋ ਜ਼ੁਬਾਨ ਪੰਜਾਬੀ ਹੈ, ਔਰ ਜ਼ੁਬਾਨ ਖਾਲੀ ਲਫ਼ਜ਼ ਨਹੀਂ ਹੁੰਦੇ, ਕਲਚਰਲ ਹਿਸਟਰੀ ਵੀ ਹੁੰਦੀ ਹੈ, ਇਮੇਜਰੀ ਵੀ ਹੁੰਦੀ ਹੈ, ਸੋਸ਼ਲ ਕੰਟੈਕਸਟ ਵੀ ਹੁੰਦਾ ਹੈ, ਉਹਦੀ ਇੱਕ ਐਟਮੋਲੋਜੀ ਵੀ ਹੁੰਦੀ ਹੈ, ਮਤਲਬ ਐਂਥਰੋਪੋਲੋਜੀ ਵੀ ਹੁੰਦੀ ਹੈ। ਸੋ
सपना मेरा अपना हो सकता है, पर इट कांट बी कि मैं सब ਨੂੰ ਆਪਣੇ ਸੁਪਨੇ ਵਿੱਚ ਲੈ ਲਵਾਂ। I don't know if I'm making sense कि मैं नहीं कह सकती कि of course I want that the world should be more human, kinder। आजकल ਅਸੀਂ ਦੇਖ ਰਹੇ ਹਾਂ ਕਿੰਨੀ ਜ਼ਿਆਦਾ ਨਫ਼ਰਤ ਫੈਲੀ ਹੋਈ ਹੈ, ਕਿੰਨੀ ਜ਼ਿਆਦਾ ਮਿਸਟਰਸਟ ਡਿਸਟਰਸਟ ਤੁਹਾਨੂੰ ਮਿਲਦਾ ਹੈ, ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ। ਇੰਟੈਲੈਕਚੁਅਲਸ ਨੂੰ ਤੁਸੀਂ ਜੇਲ੍ਹ ਵਿੱਚ ਪਾਇਆ ਹੋਇਆ ਹੈ, ਸਟੂਡੈਂਟਸ ਨਾਲ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਹੈ। ਕੋਈ ਵੀ ਆਪਣੀ ਆਵਾਜ਼ ਉਠਾਏ ਜੋ ਪਸੰਦ ਨਹੀਂ, ਉਹਨੂੰ ਤੁਸੀਂ ਆ ਜਾਂਦੇ ਹੋ ਮਾਰਨ ਕੁੱਟਣ, ਮਤਲਬ ਕਚਰੇ ਦੇ ਡੱਬੇ 'ਚ ਸੁੱਟਣ ਵਾਸਤੇ ਆ ਜਾਂਦੇ ਹੋ। ਅਗਰ ਮੈਂ ਚਾਹਾਂ ਕਿ ਪੰਜਾਬ ਵਾਸਤੇ ਮੇਰੀ ਕੀ ਸੁਪਨਾ ਹੈ ਕਿ it should be a state, it's always been a state ਜਿੱਥੇ ਸੂਫੀਆਨਾ ਕਲਾਮ ਇੰਨਾ ਵਧੀਆ ਹੋਇਆ ਹੈ, ਵਾਰਿਸ ਸ਼ਾਹ, ਪੀਲੂ, ਸਾਰੇ ਗੁਰੂ ਸਾਡੇ ਇੱਥੇ ਹੀ ਉਹਨਾਂ ਨੇ ਆਪਣੀ ਇੰਸਪੀਰੇਸ਼ਨ ਲਿੱਤੀ। ਉਸ ਪੰਜਾਬ ਵਿੱਚ ਆਈ ਕਾਂਟ ਬੇਅਰ ਕਿ ਇੰਨੀ ਡਰੱਗਸ ਹੋਣ, ਇੰਨਾ ਜ਼ਿਆਦਾ ਅਨਇੰਪਲੋਇਮੈਂਟ ਹੋਣ ਕਿ ਸਾਡੇ ਪੰਜਾਬ ਦੇ ਕਿਸਾਨ ਆਪਣੇ ਹੱਕ ਵਾਸਤੇ ਬਾਰਡਰਸ ਉੱਤੇ ਬੈਠੇ ਹੋਏ ਹੈ ਤੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਪੋਲਿਟਿਸਾਈਜ਼ ਕਰਕੇ ਉਹਨਾਂ ਦਾ what do you call it, their purity of mission, ਉਹਨਾਂ ਦਾ ਜੋ ਪਿਓਰਿਟੀ ਹੈ ਜਿਸ ਮਕਸਦ ਵਾਸਤੇ ਹੋ ਗਏ ਹੈ, ਉਸ ਮਕਸਦ ਨੂੰ ਤੁਸੀਂ ਮੈਲਾ ਕਰੋ। ਸੋ ਦੁੱਖ ਤੇ ਬਹੁਤ ਹੁੰਦਾ ਹੈ, ਤੁਹਾਡਾ ਪ੍ਰਾਈਵੇਟ ਤੇ ਤੁਹਾਡਾ ਪਬਲਿਕ ਦੁੱਖ ਕਿੱਥੇ ਨਾ ਕਿੱਥੇ ਜੁੜ ਜਾਂਦਾ ਹੈ। ਜੋ ਵੀ ਤੁਸੀਂ ਕੰਮ ਕਰਦੇ ਹੋ ਕਿੱਥੇ ਨਾ ਕਿੱਥੇ ਉਹਦੀ ਰਿਫਲੈਕਸ਼ਨ ਤੇ ਉਹਦੇ ਵਿੱਚ ਆਏਗੀ। ਜਿਹੜਾ ਮੈਂ ਪਲੇ ਕੀਤਾ ਬਲੈਕ ਬਾਕਸ, ਉਹ ਪੂਰਾ ਹੈਗਾ ਇਨਕਾਰਸਰੇਸ਼ਨ, ਫਾਰਮਰਸ ਬਾਰੇ, ਲੱਖਾਂ ਫਾਰਮਰਸ ਕਿਸ ਤਰ੍ਹਾਂ ਵਾਪਸ ਗਏ। ਮਤਲਬ ਉਹ ਦਿਲ ਨੂੰ ਬਹੁਤ ਚੀਜ਼ਾਂ ਚੁੱਭਦੀਆਂ ਹੈ। ਅਗਰ ਤੁਸੀਂ ਇਨਸਾਨ ਹੋ, ਤੁਹਾਡੀ ਇਨਸਾਨੀਅਤ ਨੂੰ ਕਿੰਨੀ ਠੇਸ ਪਹੁੰਚਦੀ ਹੈ, ਪਰ ਕਿਉਂਕਿ ਤੁਸੀਂ ਇਕੱਲੇ ਹੋ, ਇੰਡੀਵਿਜੂਅਲ ਹੋ, ਤੁਸੀਂ ਕੀ ਕਰੋ? ਥੋੜਾ ਜਿਹਾ ਰਾਸ਼ਨ ਦੇ ਦਿਓ, ਥੋੜਾ ਜਿਹਾ ਪੈਸੇ ਵੰਡ ਲਓ, ਹੋਰ ਕੀ ਕਰ ਸਕਦਾ ਹੈ? ਸੋ ਯੂ ਫੀਲ ਵੈਰੀ ਹੈਲਪਲੈਸ ਐਂਡ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕਦ ਬਦਲ ਗਏ ਅਸੀਂ ਸਾਰੇ ਕੱਲ ਕਿਸ ਤਰ੍ਹਾਂ ਬਦਲੇ, ਕਿਉਂ ਬਦਲੇ? ਮੈਡਮ ਇੱਕ ਤੁਹਾਨੂੰ ਥੋੜਾ ਪਰਸਨਲ ਸਵਾਲ ਕਿ ਜਿਹੜੀ ਤੁਹਾਡੀ ਨਾਟਕ ਦੇ ਥੀਏਟਰ ਦੇ ਖੇਤਰ ਵਿੱਚ ਇੰਨੀ ਲਗਨ, ਇੰਨੀ ਮਿਹਨਤ ਜੋ ਤੁਸੀਂ ਅੱਜ ਤੱਕ ਕਮਾਇਆ, ਤੇ ਮੈਂ ਜਿਵੇਂ ਸ਼ੁਰੂ ਹੀ ਦੱਸਿਆ ਸੀਗਾ ਵੀ ਕਬੀਰ ਤੁਹਾਡਾ ਬੇਟਾ ਉਸ ਵੇਲੇ ਆਗਰਾ ਬਾਜ਼ਾਰ ਪਲੇ ਦੇ ਵਿੱਚ ਉਹ ਦੇਖ ਰਿਹਾ ਸੀਗਾ, ਬੈਠਾ ਸੀਗਾ, ਤੇ ਉਹ ਅੱਜ ਉਹ ਵੀ ਨਾਟਕ ਦੇ ਵਿੱਚ ਕੁਝ ਕਰ ਰਿਹਾ, ਥੀਏਟਰ ਦੇ ਵਿੱਚ ਕੁਝ ਕਰ ਰਿਹਾ, ਜਾਂ ਇਸ ਖੇਤਰ ਵਿੱਚ ਕੁਝ ਅੱਗੇ ਕਰ ਰਿਹਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ। मेरे 2 बेटे है, अंगद और कबीर। अंगद दोनों मेरे नाल जुड़े हुए है। जिस तरह जब मैं ट्रैवल करती सी फ्रांस या इंग्लैंड या जर्मनी या जो भी मैं इंटरनेशनल फेस्टिवल्स वास्ते जाती सी, बच्चे मेरे नाल ही जाते सी, क्योंकि मैनू लगता सी कि ਇਹੋ ਜਿਹਾ ਮੌਕਾ ਉਹਨਾਂ ਨੂੰ ਕਿੱਥੇ ਮਿਲੇਗਾ ਫੈਸਟੀਵਲ ਵਿੱਚ ਜਾਣ, ਔਰ ਤੁਸੀਂ ਇੰਨੇ ਵਧੀਆ ਲੋਕਾਂ ਨੂੰ ਮਿਲਦੇ ਹੋ, ਕਲਾਕਾਰਾਂ ਨੂੰ ਮਿਲਦੇ ਹੋ, ਔਰ ਸੋ ਮੈਨੂੰ ਲੱਗਿਆ ਕਿ ਇਹ ਵੀ ਐਜੂਕੇਸ਼ਨ ਦਾ ਉਹਨਾਂ ਦਾ ਬੜਾ ਹਿੱਸਾ ਹੈ। ਮੇਰਾ ਵੱਡਾ ਬੇਟਾ ਤੇ ਐਂਥਰੋਪੋਲੋਜਿਸਟ ਹੈਗਾ, ਮੇਰਾ ਯੰਗਰ ਬੇਟਾ ਕਬੀਰ ਫਿਲਮ ਮੇਕਰ ਹੈਗਾ, ਔਰ बहुत उन्हें अच्छी फिल्मां बनाई हैं। एक फिल्म बनाई उसने मैजमपुर, जिन्हों काफी अवार्ड मिले, काफी वड्डे फेस्टिवल्स वास्ते भी गए। फिर उन्हें ब्लैक बॉक्स जो मैं कीता है उदा सिनेमैटिक रूपांतर कीता हैगा, और उसने काफी फिल्मां बनाई हैं, काली सलवार, पार्टीशन,
Good Morning, Monomaniacs. You can make out that ਪ੍ਰਭਾਵ ਤੇ ਹੈਗਾ, ਕਿਉਂਕਿ ਜਦ ਘਰ ਵਿੱਚ ਮਾਹੌਲ ਹੋਏ ਥੀਏਟਰ ਦਾ, ਕਲਾ ਦਾ, ਔਰ ਕਲਾਕਾਰ ਲੋਕ ਕਾਰਾਨ ਕਲਾ ਦੀਆਂ ਗੱਲਾਂ ਹੋਣ, ਕਿਤੇ ਨਾ ਕਿਤੇ ਉਹਨਾਂ ਦੇ ਜ਼ਿਹਨ ਵਿੱਚ ਤੇ ਬੈਠ ਜਾਂਦਾ ਹੈ। ਸੋ ਇਹ ਕੋਈ ਬੈਠ ਕੇ ਕਿਸੇ ਨੇ ਸਿਖਾਇਆ ਨਹੀਂ, ਐਕਸਪੋਜ਼ਰ ਦੀ ਗੱਲ ਹੈ। ਉਹ ਵੀ ਆਪਣੇ ਆਪ ਨੂੰ ਚੁਣੌਤੀ ਦਿੰਦੀ ਹੈ ਅਲੱਗ-ਅਲੱਗ ਕੰਮ ਕਰਨ ਵਾਸਤੇ। ਯੂ ਪੁਸ਼ ਯੋਰ ਲਿਮਿਟੇਸ਼ਨਸ, ਕਿ ਇਹ ਤੁਹਾਡੀ ਸੀਮਾ ਹੈ, ਉਹਨੂੰ ਕਿਸ ਤਰ੍ਹਾਂ ਤੁਸੀਂ ਫੰਦ ਕੇ ਕੁਝ ਹੋਰ ਕਰੋ, ਕੁਝ ਨਵਾਂ ਕਰੋ। ਟ੍ਰੈਡੀਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਟ੍ਰਾਂਸਫਾਰਮ ਕਰ ਸਕਦੇ ਹੋ। ਸੋ ਯੈਸ, ਠੀਕ ਹੈ। ਮਤਲਬ ਮੇਰੇ ਹਸਬੰਡ ਵੀ ਬਰੋਸ਼ਰ ਡਿਜ਼ਾਈਨ ਕਰਦੇ ਸੀ ਮੇਰੇ ਵਾਸਤੇ। ਯੂ ਨੋ ਸਾਰਾ ਜੋ ਕੰਮ ਹੁੰਦਾ ਥੀਏਟਰ ਵਿੱਚ, brochure banana, poster banana. So he was very good at it. He was a designer. So मतलब सारे, मतलब एक तरह किसी ने resent, maybe I was fortunate. Nobody in my family resented my profession. सबने बड़ा naturally, organically उसਨੂੰ accept ਕੀਤਾ और उसਨੂੰ support ਕੀਤਾ और उस नाल प्यार ਕੀਤਾ। ਮੈਨੂੰ ਯਾਦ ਹੈ ਕਿ ਜਦ ਮੇਰਾ ਬੇਟਾ ਕੁਝ ਮਹੀਨਿਆਂ ਦਾ ਸੀ ਤੇ ਮੈਂ ਭੋਪਾਲ ਵਿੱਚ ਸੀ, ਮੈਂ ਇੱਕ ਪਲੇ ਡਾਇਰੈਕਟ ਕਰ ਰਹੀ ਸੀ, ਉਹ ਮੇਰੀ ਗੋਦੀ ਵਿੱਚ, ਮੈਂ ਮੂਵਮੈਂਟ ਸਿਖਾ ਰਹੀ ਸੀ। ਸੋ ਮਾਈ ਮਦਰ ਇਨ ਲੋ, ਮੇਰੀ ਸੱਸ ਕਹਿਣ ਲੱਗੀ, ਤੂੰ ਇੰਨੇ ਛੋਟੇ ਬੱਚੇ ਨੂੰ ਇੰਨੇ ਲੋਕਾਂ ਵਿੱਚ ਲੈ ਜਾਂਦੀ ਹੈ, ਠੀਕ ਨਹੀਂ। ਮੈਂ ਕਿਹਾ ਨਹੀਂ, ਮੈਂ ਉਹਨੂੰ ਰਿਦਮ ਸਿਖਾ ਰਹੀ ਹਾਂ, ਉਹਨੂੰ ਜ਼ੁਬਾਨ ਸਿਖਾ ਰਹੀ ਹਾਂ, ਲੈਂਗੁਏਜ ਦਾ ਉਹਨੂੰ ਇੰਪੈਕਟ ਪਏਗਾ, ਕਮਿਊਨਿਟੀ ਦੀ ਸਮਝ ਆਏਗੀ, ਡਿਸਪਲਿਨ ਦੀ ਸਮਝ ਆਏਗੀ। ਸੋ ਮੈਨੂੰ ਲੱਗਦਾ ਬਹੁਤ ਹੀ ਵਧੀਆ ਮਾਹੌਲ ਹੈ। ਮੈਡਮ, ਸਾਡੇ ਅੱਜ ਦਾ ਜਿਹੜੀ ਤੁਹਾਡੀ ਸਾਰੀਆਂ ਗੱਲਾਂ, ਸਾਡੇ ਕਾਫੀ ਪਿੰਡਾਂ ਦੇ ਸਟੂਡੈਂਟ ਜਿਹੜੇ ਆ ਸਾਡੇ ਕਾਲਜਾਂ ਚ ਆਉਂਦੇ, ਉਹ ਸੁਣ ਰਹੇ ਆ, ਦੇਖ ਰਹੇ ਆ, ਤੇ ਕਾਫੀ ਸਾਰਿਆਂ ਨੇ ਮੈਨੂੰ ਕਿਹਾ ਸੀਗਾ ਵੀ ਸਾਨੂੰ ਲੈਕਚਰ ਦਾ ਲਿੰਕ ਭੇਜਣਾ। ਤੇ ਮੇਰੇ ਮਨ ਵਿੱਚ ਇੱਕ ਇਹ ਆ ਰਿਹਾ ਵੀ ਤੁਸੀਂ ਜਿਹੜੀ ਸਾਡੇ ਅੱਜ ਦੇ ਮੁੰਡੇ ਕੁੜੀਆਂ ਜਿਹੜੇ ਪੰਜਾਬ ਦੇ ਪਿੰਡਾਂ ਦੇ ਕਾਲਜਾਂ ਸਕੂਲਾਂ 'ਚ ਪੜ੍ਹਦੇ ਆ, ਉਹ ਨਾਟਕ ਤੋਂ ਬਹੁਤ ਥੋੜਾ ਡਰਦੇ ਰਹਿੰਦੇ ਆ। ਨਾਟਕ ਜਿਹੜਾ ਸਿਲੇਬਸ ਵਿੱਚ ਲੱਗਿਆ ਹੁੰਦਾ, ਉਹ ਵੀ ਉਹ ਘੱਟ ਪੜ੍ਹਦੇ ਆ। ਤੇ ਤੁਸੀਂ ਉਹਨਾਂ ਨੂੰ ਕੁਝ ਜ਼ਰੂਰ ਕੋਈ ਮੈਸੇਜ ਦਿਓ ਸਾਡੇ ਸਟੂਡੈਂਟਸ ਨੂੰ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਨਾਟਕ ਪੜ੍ਹਨ ਤੋਂ ਮੈਂ ਵੀ ਡਰਦੀ ਹਾਂ, ਕਿਉਂਕਿ ਨਾਟਕ ਪਰਫਾਰਮ ਕੀਤਾ ਜਾਂਦਾ ਹੈ, ਪੜ੍ਹਿਆ ਨਹੀਂ ਜਾਂਦਾ। ਤੁਸੀਂ ਅਗਰ ਟ੍ਰੇਨ ਵਿੱਚ ਜਾਓ, ਸਭ ਦੇ ਕੋਲ ਕੁਛ ਨਾ ਕੁਛ ਪੜ੍ਹਨ ਵਾਸਤੇ ਹੋਏਗਾ। ਕੋਈ ਅਖਬਾਰ ਪੜ੍ਹ ਰਿਹਾ ਹੋਏਗਾ, ਕੋਈ ਨੋਵਲ ਪੜ੍ਹ ਰਿਹਾ ਹੋਏਗਾ, ਕੋਈ ਇਤਿਹਾਸ ਬਾਰੇ ਪੜ੍ਹ ਰਿਹਾ ਹੋਏਗਾ। ਨਾਟਕ ਘੱਟ ਲੋਕ ਪੜ੍ਹਦੇ ਹੈ, ਕਿਉਂਕਿ ਨਾਟਕ ਮੰਚਨ ਕੀਤਾ ਜਾਂਦਾ ਹੈ। ਉਹ ਇੰਨਾ ਲਿਟਰਰੀ ਟੈਕਸਟ ਨਹੀਂ ਜਿੰਨਾ ਪਰਫਾਰਮੇਟਿਵ ਟੈਕਸਟ ਹੈ। ਸੋ ਬੱਚਿਆਂ ਦਾ ਨਾਟਕ ਤੋਂ ਡਰਨਾ ਕਾਫੀ, I can relate to that. ਪਰ ਇੱਕ ਅੱਛਾ ਟੀਚਰ ਹੋਏ, ਜਿਸ ਤਰ੍ਹਾਂ ਅਲਕਾਜ਼ੀ ਸਾਹਿਬ ਜਦ ਚੈਕੋਵ ਪੜ੍ਹਦੇ ਸੀ, ਜਾਂ ਮੋਹਨ ਰਾਕੇਸ਼ ਦਾ ਆਦੇ ਅਧੂਰੇ ਸਾਨੂੰ ਸੁਣਾਉਂਦੇ ਸੀ, ਤੇ ਹਰ ਇੱਕ ਪਾਤਰ ਨੂੰ ਜ਼ਿੰਦਾ ਕਰ ਦਿੰਦੇ ਸੀ। ਇੱਕ ਜਿਸ ਤਰ੍ਹਾਂ ਉਹ ਬੋਲਦੇ ਸੀ, ਜਿਸ ਤਰ੍ਹਾਂ ਉਹ ਡਾਇਲੌਗਸ ਪੜ੍ਹਦੇ ਸੀ। ਜਾਂ ਤੇ ਤੁਹਾਡੇ ਕੋਲ ਇੰਨਾ ਵਧੀਆ ਟੀਚਰ ਹੋਏ ਜੋ ਤੁਹਾਨੂੰ ਆਪਣੀ ਤਰਫ ਖਿੱਚ ਕੇ ਲੈ ਕੇ ਜਾਏ, ਆਪਣੀ ਜਿਸ ਤਰ੍ਹਾਂ ਉਹ ਐਕਸਪਲੇਨ ਕਰ ਰਿਹਾ ਹੈ। ਸੋ ਜਾਂ ਸੀਨ ਵਰਕ ਕਰਨ। ਸੋ ਆਈ ਥਿੰਕ ਟੀਚਰ ਆਲਸੋ ਹੈਜ਼ ਟੂ ਬੀ ਇਮੈਜਿਨੇਟਿਵ। ਉਹ ਬਹੁਤ ਜ਼ਰੂਰੀ ਹੈ ਕਿ ਟੀਚਰ ਵਿੱਚ ਖੂਬ ਕਲਪਨਾ ਹੋਏ, ਕਿਉਂਕਿ ਸਟੂਡੈਂਟਸ ਦਾ ਅਟੈਂਸ਼ਨ ਗ੍ਰੈਬ ਕਰਨਾ ਵੀ ਇੱਕ ਕਲਾ ਹੈ, ਕਿ ਕਿਸ ਤਰ੍ਹਾਂ ਤੁਸੀਂ ਸਟੂਡੈਂਟਸ ਨੂੰ ਆਪਣੀ ਤਰਫ ਖਿੱਚ ਸਕਦੇ ਹੋ ਜੋ ਤੁਸੀਂ ਕਹਿ ਰਹੇ ਹੋ। ਉਹ ਵੀ ਇੱਕ ਪਰਫਾਰਮੈਂਸ ਹੈ। ਇੱਕ ਟੀਚਰ ਵੀ ਐਕਟਰ ਹੈ, ਜਿਨ੍ਹਾਂ ਦੇ ਟੀਚਰਸ ਨਾ ਸਮਝਣ ਕਿ ਉਹ ਵੀ ਪਰਫਾਰਮਰਸ ਹੈ, ਤੇ ਕਨੈਕਸ਼ਨ ਬਣਦੇ ਨਹੀਂ। ਮੈਡਮ, ਇੱਕ ਹੁਣੇ ਹੀ ਮੇਰੇ ਮਨ ਵਿੱਚ ਇੱਕ ਇੱਛਾ ਵੀ ਪੈਦਾ ਹੋਈ ਹੈ ਤੇ ਇੱਕ ਸਵਾਲ ਵੀ, ਕਿ ਪੰਜਾਬ ਦੇ ਬਹੁਤ ਮਹਾਨ ਕਹਾਣੀਕਾਰ ਰਜਿੰਦਰ ਸਿੰਘ ਬੇਦੀ, ਜਿਨ੍ਹਾਂ ਨੇ ਉਰਦੂ ਵਿੱਚ ਕਹਾਣੀ ਲਿਖੀ,
ਉਹ ਉਹਨਾਂ ਨੇ ਰੇਡੀਓ ਦੇ ਵਿੱਚ ਕੁਝ ਨਾਟਕ ਵੀ ਲਿਖੇ ਉਹਨਾਂ ਨੇ। ਤੇ ਮੇਰੀ ਬੜੀ ਇੱਛਾ ਰਹਿੰਦੀ ਹੈ ਵੀ ਸਾਡੇ ਜਿਹੜੇ ਨਾਟਕਕਾਰ ਜਿਹੜੇ ਉਹ ਆਪ ਲਿਖਣ ਦੀ ਬਜਾਏ ਜਿਹੜੇ ਸਾਡੇ ਗ੍ਰੇਟ ਸਟੋਰੀ ਰਾਈਟਰ ਜਿਹੜੇ ਆ ਰਜਿੰਦਰ ਸਿੰਘ ਬੇਦੀ ਜਾਂ ਇੱਕ ਉਹ ਪਾਕਿਸਤਾਨ ਦੇ ਜਿਹੜੇ ਪੰਜਾਬ ਦੇ ਸੀਗੇ ਅਹਿਮਦ ਨਦੀਮ ਕਾਸਮੀ, ਉਹਨਾਂ ਦੀਆਂ ਕਹਾਣੀਆਂ ਬੜੀਆਂ ਅੱਛੀਆਂ। ਰਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਦੇ ਵਿੱਚ ਬੜਾ ਜਾਨ ਹੈਗੀ ਆ। ਉਹਨਾਂ ਦੇ ਆਧਾਰ ਤੇ ਕਦੀ ਕੋਈ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਵੀ ਕੋਈ ਪਲੇ ਜਾਂ ਨਾਟਕ ਇਸ ਤਰ੍ਹਾਂ ਦਾ ਹੋ ਸਕੇ ਕਦੀ? ਦੇਖੋ ਮੈਂ ਤੁਹਾਨੂੰ ਨਾਟਕ ਬੜੀ ਜਲਦੀ ਜਿਸ ਤਰ੍ਹਾਂ ਮਤਲਬ ਅਗਰ ਮੈਂ ਜੋ ਨਾਟਕ ਕੀਤਾ 4 ਸਾਲ ਪਹਿਲੇ ਉਹ ਮੈਂ ਦੇਖਾਂ, ਮੈਨੂੰ ਪਸੰਦ ਨਹੀਂ ਆਉਂਦਾ, ਕਿਉਂਕਿ ਨਾਟਕ ਇਸ ਸ਼ਨ ਨਾਲ ਜੁੜਿਆ ਹੋਇਆ ਹੈ। ਪੀਟਰ ਬਰੁਕ ਜੋ ਇੱਕ ਬਹੁਤ ਵੱਡੇ ਡਾਇਰੈਕਟਰ ਹੈ ਦੁਨੀਆ ਦੇ, ਉਹ ਕਹਿੰਦੇ ਹੈ ਕਿ ਕੱਲ ਦਾ ਨਾਟਕ ਰੋਜ਼ ਜ਼ਿੰਦਾ ਹੁੰਦਾ ਹੈ ਔਰ ਰੋਜ਼ ਹੀ ਮਰਦਾ ਹੈ। ਇਸ ਕਰਕੇ ਨਾਟਕ ਤਾਜ਼ਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਨਹੀਂ ਤੁਸੀਂ ਰਜਿੰਦਰ ਸਿੰਘ ਬੇਦੀ ਦਾ ਕਰ ਸਕਦੇ ਹੋ, ਬਟ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਉਹਨੇ ਲਿਖਿਆ ਹੋਇਆ ਹੈ, ਕਿਉਂਕਿ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਹਾਲਾਤ ਵਕਤ ਇੰਨਾ ਬਦਲ ਜਾਂਦੇ ਹੈ ਕਿ ਤੁਹਾਨੂੰ ਟਰਾਂਸਫਾਰਮ ਕਰਨਾ ਪੈਂਦਾ ਹੈ ਉਸਨੂੰ ਕਿਸੇ ਹੋਰ ਤਰੀਕੇ ਨਾਲ। ਮਤਲਬ ਮੈਂ ਜੋ ਵੀ ਕੰਮ ਕਰਦੀ ਹਾਂ, ਮੈਂ ਬੜੇ ਸਾਲਾਂ ਤੋਂ ਸਦਾਤ ਹਸਨ ਮੌਂਟੋ ਦੇ ਕੰਮ ਪਲੇਸ ਕਰ ਰਹੀ ਹਾਂ, ਪਰ ਮੈਂ ਕਦੀ 4 ਕਹਾਣੀਆਂ ਲੈ ਕੇ ਇੱਕ ਬਣਾ ਦਿੰਦੀ ਹਾਂ, ਕਦੀ ਇੱਕ ਹਿੱਸਾ ਲੈ ਕੇ ਕੁਝ ਆਪਣਾ ਜੋੜ ਕੇ ਮੈਂ ਕਰਦੀ ਹਾਂ। ਉਹ ਆਜ਼ਾਦੀ ਹੋਣੀ ਚਾਹੀਦੀ ਹੈ ਇੱਕ ਡਾਇਰੈਕਟਰ ਨੂੰ, ਕਿ ਉਹ ਇੱਕ ਪਲੇ ਲੈ ਜੋ ਲਿਖਿਆ ਹੋਇਆ ਹੈ। ਜਿਸ ਤਰ੍ਹਾਂ ਵਿਸ਼ਾਲ ਭਰਦਵਾਜ ਨੇ ਜੋ ਪਲੇਸ ਕੀਤੇ ਸ਼ੇਕਸਪੀਅਰ ਦੇ, ਹੈਦਰ ਜਾਂ ਮਕਬੂਲ, ਬਿਲਕੁਲ ਉਸਨੇ ਆਪਣੇ ਤਰੀਕੇ ਨਾਲ ਕੀਤਾ ਹੈ। ਸੋ ਤੁਹਾਨੂੰ ਵੀ ਇੱਕ ਡਾਇਰੈਕਟਰ ਵਿੱਚ ਉਹਨਾਂ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਕੋਈ ਵੀ ਸਕ੍ਰਿਪਟ ਲੈ ਕੇ ਉਹ ਇਸ ਵਕਤ ਨਾਲ ਜੋੜੇ। ਜਿੰਨੀ ਦੇਰ ਤੁਸੀਂ ਇਸ क्षण ਨਾਲ ਨਹੀਂ ਜੋੜੋਗੇ ਉਹ ਪਲੇ ਬਾਸਾ ਲੱਗੇਗਾ। ਮੈਡਮ ਬਹੁਤ ਸੋਹਣੀ ਤੁਹਾਡੇ ਨਾਲ ਗੱਲਬਾਤ ਰਹੀ। ਕੋਈ ਆਪਣੇ ਵੱਲੋਂ ਜੋ ਤੁਸੀਂ ਆਪਣੇ ਵੱਲੋਂ ਕੋਈ ਕਹਿਣਾ ਚਾਹੁੰਦੇ ਹੋਵੋ, ਕੋਈ ਦੱਸਣਾ ਚਾਹੁੰਦੇ ਹੋਵੋ ਜਿਹਦਾ ਕੋਈ ਸਵਾਲ ਨਾ ਹੋਇਆ ਹੋਵੇ, ਤੇ ਕੁਝ ਆਪਣੇ ਵੱਲੋਂ ਤੁਸੀਂ ਕੋਈ ਖਾਸ ਗੱਲ ਜਿਹੜੀ ਤੁਹਾਨੂੰ ਬਹੁਤ ਲੱਗਦੀ ਹੋਵੇ ਵੀ ਇਹ ਤੁਸੀਂ ਤੁਹਾਡੇ ਤੋਂ ਪੁੱਛੀ ਜਾਵੇ ਜਾਂ ਤੁਸੀਂ ਦੱਸਣੀ ਚਾਹੋ, ਤੇ ਇਸ ਤਰ੍ਹਾਂ ਦਾ ਵੀ ਕੁਝ ਤੁਸੀਂ ਦੱਸੋ ਜੀ। ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛੇ, ਪਰ ਮੈਂ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਥੋੜਾ ਜਿਹਾ ਦੱਸ ਕੇ then we can part company। ਮੈਂ ਜੋ ਵੀ 8-9 ਸਾਲਾਂ ਤੋਂ ਮੈਂ ਕਰ ਰਹੀ ਹਾਂ what we call device theatre, ਜਿਹਦਾ ਮਤਲਬ ਇੱਕ ਵਿਚਾਰ ਮੇਰੇ ਮਨ ਵਿੱਚ ਆਉਂਦਾ ਹੈ, ਉਸ ਵਿਚਾਰ ਨੂੰ ਮੈਂ ਕਿਸ ਤਰ੍ਹਾਂ ਡਿਵੈਲਪ ਕਰਦੀ ਹਾਂ ਐਕਟਰਸ ਦੀ ਕੋਲੈਬੋਰੇਸ਼ਨ ਨਾਲ। ਐਕਟਰਸ ਫਿਰ ਪਾਰਟਿਸਿਪੈਂਟਸ ਜਾਂ ਪਾਤਰ ਬਣ ਜਾਂਦੇ ਹੈ ਉਸ ਨਾਟਕ ਨੂੰ ਬਣਾਉਣ ਵਿੱਚ। ਇਹਦਾ ਮਤਲਬ ਇੱਕ ਸਪੇਸ ਜੋ ਬਣਦੀ ਹੈ ਉਹ ਬਹੁਤ ਹੀ ਡੈਮੋਕ੍ਰੈਟਿਕ ਸਪੇਸ ਹੈ, ਜਿਹਦੇ ਵਿੱਚ ਡਾਇਰੈਕਟਰ ਜੋ ਲਫ਼ਜ਼ ਹੈ ਉਹ ਬਹੁਤ ਹੀ ਅਥਾਰਟੇਰੀਅਨ ਲਫ਼ਜ਼ ਹੈ। ਕੰਟਰੋਲ, ਜਦ ਤੁਸੀਂ ਸੋਚਦੇ ਹੋ ਡਾਇਰੈਕਟਰ ਬਾਰੇ, ਯੂ ਟਾਕ ਅਬਾਊਟ ਕੰਟਰੋਲ, ਯੂ ਟਾਕ ਅਬਾਊਟ ਅਥਾਰਟੀ, ਬਟ ਇੱਥੇ ਇੱਕ ਬਹੁਤ ਹੀ ਅਗੈਲਿਟੇਰੀਅਨ ਸਪੇਸ ਹੋ ਜਾਂਦੀ ਹੈ ਜਿਹਦੇ ਵਿੱਚ ਡਾਇਰੈਕਟਰ ਦਾ ਰੋਲ ਔਰ ਐਕਟਰ ਦਾ ਰੋਲ ਅਲੱਗ-ਅਲੱਗ ਤੇ ਹੈ, ਬਟ ਕਿਤੇ ਨਾ ਕਿਤੇ ਸਾਂਝਾ ਵੀ ਹੈਗਾ। ਸੋ ਮੈਂ ਜਿਸ ਤਰ੍ਹਾਂ ਲਾਸਟ ਪਲੇ ਕੀਤਾ ਸੀ ਗੁੰਮ ਹੈ, ਉਹ ਮੈਂ ਇੱਕ ਨਾਟਕ ਹੈ called 7 stages of grieving, ਜੋ ਇੱਕ ਆਸਟ੍ਰੇਲੀਅਨ ਐਬੋਰੀਜਨਲ ਟੈਸਟਮਨੀਜ਼ ਹੈ, ਸਟੋਰੀਜ਼ ਹੈ, ਉਹਨਾਂ ਦੇ ਅਤਿਆਚਾਰ। ਉਹ ਕਿਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਜਿਸ ਤਰ੍ਹਾਂ ਅਸੀਂ ਦਲਿਤ ਨਾਲ ਜਾਂ ਮੁਸਲਮਾਨਾਂ ਨਾਲ ਭੇਦਭਾਵ ਕਰਦੇ ਹਾਂ, ਓਬਰੀਜਨਲਸ ਨਾਲ ਉਸ ਤਰ੍ਹਾਂ ਭੇਦਭਾਵ ਹੁੰਦਾ ਹੈ। ਸੋ ਮੈਂ 3 ਲਾਈਨਾਂ ਲਿੱਤੀਆਂ ਇੱਕ ਸਟੋਰੀ ਤੋਂ, ਪਰ ਜੋ ਆਪਣਾ ਜੋੜਿਆ, ਐਕਟਰ ਦੀ ਕਲਪਨਾ ਨਾਲ ਜੋੜਿਆ। ਐਕਟਰ ਨੂੰ ਮੈਂ ਕਹਿੰਦੀ ਹਾਂ ਆਪਣੀ ਕਹਾਣੀ ਦੱਸੋ। ਜਿਸ ਤਰ੍ਹਾਂ ਪ੍ਰੋਟੈਸਟ, ਜਿਸ ਤਰ੍ਹਾਂ ਅਸੀਂ ਪਲੇ ਕੀਤਾ ਪ੍ਰੋਟੈਸਟ ਦਾ ਕੀ ਮਤਲਬ, ਤੁਸੀਂ ਕੋਈ ਸੀਨ ਕਰੋ ਜੋ ਪ੍ਰੋਟੈਸਟ ਦਾ ਸੀਨ ਹੋਏ।
ਘਰ ਦਾ ਕੀ ਮਤਲਬ, what does home mean to you? ਕੋਈ ਐਕਸਰਸਾਈਜ਼ ਕਰੋ ਜੋ ਤੁਹਾਨੂੰ ਇੱਕ ਇਮੇਜ ਬਣਾਓ ਤੁਸੀਂ ਘਰ ਦੀ, ਫਿਰ ਉਹ ਮੈਂ ਸਾਰਾ ਕੁਝ ਇਕੱਠਾ ਕਰਦੀ ਹਾਂ, ਫਿਰ ਪਰੋਂਦੀ ਹਾਂ, ਫਿਰ ਕੁਝ ਐਕਟਰ ਦਾ, ਕੁਝ ਇੰਪਲਸ ਮੈਂ ਦਿੰਦੀ ਹਾਂ, ਕੁਝ ਸਾਫ਼ ਕਰਦੇ ਹਾਂ, ਯੂ نو ਸੋ ਇਟਸ ਲਾਈਕ ਵੀਵਿੰਗ, ਇੱਕ ਧਾਗਾ ਇੱਥੋਂ ਇੱਕ ਧਾਗਾ ਉੱਥੋਂ, ਕਿਸ ਤਰ੍ਹਾਂ ਬੁਣਦੇ ਹਾਂ। ਸੋ ਮੈਂ ਵੈਲ ਮੇਡ ਪਲੇ ਬੜੇ ਸਾਲਾਂ ਤੋਂ ਕੀਤਾ ਨਹੀਂ, ਜਿੱਦਾਂ ਬਿਗਿਨਿੰਗ ਮਿਡਲ ਐਂਡ ਐਂਡ ਹੋਏ। ਤੁਹਾਨੂੰ ਸ਼ਾਇਦ ਲੱਗਦਾ ਹੋਏ ਕਿ ਇਹ ਬੜਾ ਆਸਾਨ ਤਰੀਕਾ ਹੈ, ਪਰ ਇਹ ਬਹੁਤ ਮੁਸ਼ਕਿਲ ਤਰੀਕਾ ਹੈ, ਕਿਉਂਕਿ ਇਹਦੇ ਤੁਹਾਡੇ ਪਾਸ ਕੁਝ ਵੀ ਨਹੀਂ। ਸਕ੍ਰਿਪਟ ਜਦ ਤੁਹਾਡੇ ਹੱਥ ਵਿੱਚ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਓਪਨਿੰਗ ਸੀਨ ਵਿੱਚ ਇਹ ਲਾਈਨ ਹੈ, ਇਹ ਸੀਨ ਹੈ, ਇਹ ਕਲਾਈਮੈਕਸ ਹੈ, ਪਰ ਇਹਦੇ ਵਿੱਚ ਕੁਝ ਨਹੀਂ, ਕਿਉਂਕਿ ਮੈਨੂੰ ਵੀ ਲੱਗਦਾ ਸੀ ਕਿ ਮੇਰੀ ਗਰੋਥ ਵਿੱਚ ਇੱਕ ਮੋੜ ਆਉਣਾ ਚਾਹੀਦਾ ਹੈ। ਸੋ this is my present journey as a theatre director, ਜਿੱਥੇ ਮੈਂ ਸਾਰਾ ਕੁਝ ਜੋ ਕਰਦੀ ਹਾਂ, ਇੱਕ ਵਿਚਾਰ ਆਉਂਦੇ, ਉਹ ਵਿਚਾਰ ਨੂੰ ਕਿਸ ਤਰ੍ਹਾਂ ਡਿਵੈਲਪ ਕਰਦੀ ਹਾਂ ਐਕਟਰ ਦੇ ਨਾਲ, ਉਹ ਕੀ ਫਾਰਮ ਲੈਂਦੇ, ਕੀ ਸ਼ੇਪ ਲੈਂਦੇ, ਕੀ ਇਮੇजेस ਬਣਦੇ ਹੈ, ਪਰਸਨਲ ਟੈਸਟਮਨੀਜ਼ ਕਿੱਥੇ ਆਉਂਦੀ ਹੈ, ਮੇਰੀ ਕਹਾਣੀ ਕਿਸ ਤਰ੍ਹਾਂ ਜੁੜ ਜਾਂਦੀ ਹੈ, ਮੇਰੇ ਤਜਰਬੇ ਕਿਸ ਤਰ੍ਹਾਂ ਜੁੜਦੇ ਹੈ, ਐਕਟਰ ਦੇ ਤਜਰਬੇ ਕਿਸ ਤਰ੍ਹਾਂ ਜੁੜਦੇ ਹੈ। ਸੋ ਉਹਦੀ ਜੋ ਗੰਧ ਹੈ ਨਾ ਉਸ ਨਾਟਕ ਦੀ, ਉਹ ਕਿਤੇ ਨਾ ਕਿਤੇ ਜੁੜ ਜਾਂਦੀ ਹੈ ਐਕਟਰ ਦੇ ਰੂਹ ਨਾਲ। ਸੋ that is my way of working. ਮੈਡਮ ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਤੁਸੀਂ ਆਪਣੇ ਬਹੁਤ ਬਿਜ਼ੀ ਸ਼ਡਿਊਲ ਦੇ ਵਿੱਚੋਂ ਅੱਜ ਪੰਜਾਬ ਦਰਸ਼ਨ ਲਈ ਸਮਾਂ ਕੱਢਿਆ, ਤੇ ਨਹੀਂ, ਬਹੁਤ ਬਹੁਤ ਥੈਂਕ ਮੈਡਮ ਯੂ ਮਿਹਰਬਾਨੀ। ਤੇ ਤੁਸੀਂ ਤੁਸੀਂ ਮੈਨੂੰ ਬਹੁਤ ਬੁਲਾਇਆ, ਹੀ ਬਹੁਤ ਚੰਗੀਆਂ ਗੱਲਾਂ ਥੀਏਟਰ ਦੇ ਨਾਲ ਸੰਬੰਧਿਤ ਦੱਸੀਆਂ। ਮੇਰਾ ਖਿਆਲ ਹੈ ਸਾਡੇ ਸਟੂਡੈਂਟ ਵੀ, ਸਾਡੇ ਇਸ ਪੰਜਾਬ ਦਰਸ਼ਨ ਦੇਖਣ ਵਾਲੇ ਲੋਕ, ਜਿਹੜੇ ਦੋਸਤ ਮਿੱਤਰ ਸਾਡੇ, ਉਹ ਸਾਰੇ ਇਹਨਾਂ ਤੋਂ ਬਹੁਤ ਜ਼ਿਆਦਾ ਲਾਭ ਲੈਣਗੇ। ਤੇ ਜਿਹੜੀ ਮੇਰੀ ਇੱਕ ਅੰਤਰੀ ਭਾਵਨਾ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਥੀਏਟਰ ਦੀ ਜਿਹੜੀ ਕਲਾ, ਇਹ ਕਾਫੀ ਅੱਛੀ ਹੋਵੇ, ਤੇ ਸਾਰੀਆਂ ਗੱਲਾਂ ਨੂੰ ਜ਼ਰੂਰ ਬਹੁਤ ਸਾਰਾ ਫਾਇਦਾ ਹੋਊਗਾ। ਤੇ ਮੈਂ ਅੱਜ ਅਖੀਰ ਦੇ ਵਿੱਚ ਆਪਣੇ ਜਿਹੜੇ ਬਹੁਤ ਸਾਰੇ ਲੋਕਾਂ ਨੇ ਅੱਜ ਇਹ ਲੈਕਚਰ ਦੇਖਿਆ, ਉਹਨਾਂ ਸਾਰਿਆਂ ਦਾ ਹੀ ਉਹਨਾਂ ਨਾਂ ਨਹੀਂ ਮੈਂ ਲੈਣਾ ਚਾਹੂੰਗਾ। ਵੈਸ਼ਨੂ ਸ਼ਰਮਾ ਨਵਾਂ ਸ਼ਹਿਰ ਤੋਂ, ਗੁਰੂ ਬਮਰਾ, ਇਹ ਤੁਹਾਡਾ ਸਟੂਡੈਂਟ ਹੈ, ਮੇਰਾ ਦੋਸਤ ਹੈ ਇਹ, ਮੈਂ ਇਹਦੇ ਪਲੇ ਕੁਝ ਦੇਖੇ ਸੀਗੇ। ਰਵਿੰਦਰ ਸਿੰਘ ਸਹਿਰਾ, ਸੁਨੀਲ ਕੁਮਾਰ, ਤੇ ਡਾਕਟਰ ਪਵਨ ਸ਼ਰਮਾ, ਰਮਨਦੀਪ ਸਿੰਘ, ਤੇ ਪ੍ਰੋਫੈਸਰ ਹਰਪਾਲ ਸਿੰਘ, ਗੁਰਬਚਨ ਸਿੰਘ ਅੰਡੇਮਾਨ ਨਿਕੋਬਾਰ ਤੋਂ, ਮਗਨਪ੍ਰੀਤ ਕੌਰ, ਡਾਕਟਰ ਅਨੀਤਾ ਚਾਹਲ, ਅਜੈ, ਤੇ ਇੱਕ ਤੁਹਾਡੇ ਰੰਗਕਰਮੀ ਸਾਹਿਬ ਸਿੰਘ, ਜਿਨ੍ਹਾਂ ਦਾ ਕਾਫੀ ਇੱਧਰ ਸਾਡੇ ਪੰਜਾਬ ਵਿੱਚ ਨਾਂ ਆ, ਤੇ ਉਹ ਕਾਫੀ ਅੱਛੇ ਪਲੇ ਕਰਦੇ ਰਹਿੰਦੇ ਆ। ਤੇ ਉਹ ਸਾਰੇ ਦੇਖ ਰਹੇ, ਉਹਨਾਂ ਨੇ ਬੜੇ ਅੱਛੇ ਅੱਛੇ ਕਮੈਂਟ ਵੀ ਕੀਤੇ ਆ, ਕੁਝ ਸਵਾਲ ਵੀ ਉਹਨਾਂ ਨੇ ਕੀਤੇ ਆ, ਪਰ ਉਹ ਸਵਾਲ ਹੁਣ ਤੁਹਾਨੂੰ ਨਹੀਂ ਕਰਨੇ, ਤੁਸੀਂ ਕਾਫੀ ਸਾਰੇ ਸਵਾਲ ਹੋ ਗਏ ਆ। ਤੇ ਅਖੀਰ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ, ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਆਪਣੇ ਉਹ ਸਰਪ੍ਰਸਤ ਮੰਨਦੇ ਆ, ਪ੍ਰੋਫੈਸਰ ID ਗੌਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਦੇਖ ਵੀ ਰਹੇ ਆ, ਤੇ ਜਿਨ੍ਹਾਂ ਦੀ ਇੰਸਪੀਰੇਸ਼ਨ ਦੇ ਨਾਲ ਜਾਂ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਚਲਾਉਂਦੇ ਹਾਂ। ਦੂਜੇ ਪ੍ਰੋਫੈਸਰ ਹਰਪਾਲ ਸਿੰਘ, ਇਹ ਵੀ ਚੰਡੀਗੜ੍ਹ ਤੋਂ ਹੀ। ਤੇ ਦੂਸਰੇ ਸਾਡੇ ਇਸ ਪੰਜਾਬ ਦਰਸ਼ਨ ਦੇ ਜਿਹੜੀ ਸਿਰਜਕ ਟੀਮ, ਮੈਡਮ ਹਰਮੀਤ ਕੌਰ, ਜਸਕਰਨ, ਕਮਲੇਸ਼, ਹਰਪ੍ਰੀਤ, ਪਰਮਿੰਦਰ, ਦਿਲਦਾਰ ਤੇ ਮਹਿਤਾਬ, ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਡਮ, ਅਸੀਂ ਤੁਹਾਡੇ ਨਾਲ ਸੰਪਰਕ ਵਿੱਚ ਰਵਾਂਗੇ ਕਿ ਤੁਹਾਡਾ ਕਦੇ ਵੀ ਪਲੇ ਹੁੰਦਾ ਤੇ ਤੁਸੀਂ ਉਹ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਜਾਣਕਾਰੀ ਮਿਲ ਜਾਂਦੀ ਆ। ਉਹ ਭਮਰਾ, ਤੁਸੀਂ ਹਾਂਜੀ, ਪੁੱਛਿਆ ਸੀ ਨਾ ਕਿ ਮੈਂ ਪੰਜਾਬ ਵਿੱਚ ਨਹੀਂ ਕਰਦੀ ਪਲੀਜ਼, ਮੈਨੂੰ ਕੋਈ ਬੁਲਾਤਾ ਹੀ ਨਹੀਂ, ਬੁਲਾਈ ਤੇ ਮੈਂ ਕਿਉਂ ਨਾ ਆਵਾਂ। ਤੇ ਅੰਮ੍ਰਿਤਸਰ ਬੁਲਾਇਆ, ਕੇਵਲ ਧਾਲੀਵਾਲ ਨੇ ਬੁਲਾਇਆ, ਮੈਂ ਬਿਲਕੁਲ ਗਈ। ਪਟਿਆਲੇ ਸ਼ੋ ਕਰਵਾਏ ਕੇਵਲ ਜੀ ਨੇ, ਮੈਂ ਬਿਲਕੁਲ ਗਈ। ਕੋਈ ਬੁਲਾਏ ਤੇ ਮੈਂ ਆਵਾਂ ਨਾ, ਆਪਣੇ ਆਪ ਤੇ ਮੈਂ ਲਿਜਾ ਕੇ ਕਰ ਨਹੀਂ ਸਕਦੀ। ਮੈਡਮ, ਐਕਚੁਅਲੀ ਗੱਲ ਇਹ ਆ ਕਿ ਮੈਂ ਇਹ ਸਵਾਲ ਤੁਹਾਨੂੰ ਕਰਨਾ ਵੀ ਸੀਗਾ ਕਿ ਤੁਸੀਂ ਕੀਤਾ ਸੀ ਸ਼ੁਰੂ ਵਿੱਚ, ਜਵਾਬ ਮੈਂ ਹੁਣ ਦੇ ਰਹੀ ਹਾਂ। ਐਕਚੁਅਲੀ ਸਾਨੂੰ ਥੀਏਟਰ ਦੇ ਨਾ ਜਿਹੜਾ ਸਾਹਮਣੇ ਹੁੰਦਾ ਉਹਦਾ ਸਾਨੂੰ ਜਾਣਕਾਰੀ ਹੈਗੀ ਆ, ਪਰ ਉਹਦੇ ਪਿੱਛੇ ਦਾ ਇਤਿਹਾਸ ਕੀ ਆ, ਜਾਂ ਉਹਦੀ ਪੋਲਿਟਿਕਸ ਕੀ ਆ, ਜਾਂ ਉਹਦਾ ਉਹ ਪਿੱਛੇ ਕੀ ਹੁੰਦਾ, ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਪਤਾ ਨਹੀਂ, ਬਿਲਕੁਲ ਨਹੀਂ ਪਤਾ ਹੁੰਦਾ ਹੈ ਬਹੁਤ ਜ਼ਿਆਦਾ ਕੀ।
ਤੇ ਸਾਡੀ ਸਾਰਿਆਂ ਦੀ ਮੇਰੀ ਖਾਸ ਤੌਰ ਤੇ ਬਹੁਤ ਇੱਛਾ, ਸਾਡੇ ਦਰਸ਼ਕ ਵੀ, ਮੈਂ ਆਪਣੇ ਸਟੂਡੈਂਟਸ ਨਾਲ ਮੈਂ ਤੁਹਾਡੀ ਬਹੁਤ ਗੱਲਾਂ ਕਰਦਾ ਰਹਿੰਦਾ, ਤੁਹਾਡੇ ਪਲੇ ਜਿਹੜੇ ਮੈਂ ਦੇਖੇ ਹੋਏ ਬੜੇ ਪੁਰਾਣੇ ਸਮਿਆਂ ਦੇ ਵਿੱਚ, ਤੇ ਉਹ ਮੈਨੂੰ ਪਾਤਰ ਸਾਹਿਬ ਨਾਲ ਵੀ ਮੇਰੇ ਮਨ ਵਿੱਚ ਬੜਾ ਸਤਿਕਾਰ ਹੈ। ਉਹਨਾਂ ਦੀਆਂ ਟਰਾਂਸਲੇਸ਼ਨਸ ਜਾਂ ਅਡੈਪਟੇਸ਼ਨਸ ਜਿਹੜੀਆਂ ਮੈਂ ਦੇਖੀਆਂ ਹੋਈਆਂ, ਤੇ ਮੈਨੂੰ ਯਾਦ ਹੈ ਇੱਕ ਅੱਗ ਦੇ ਕਲੀਰੇ ਦੇ ਵਿੱਚ ਕੋਈ ਗਾਣੇ ਸੀਗੇ ਜਿਹੜੇ ਉਹਨਾਂ ਨੇ ਟਰਾਂਸਲੇਟ ਕੀਤੇ ਸੀਗੇ। ਮੈਂ ਅੱਗ ਦੇ ਕਲੀਰੇ ਵੀ ਕੀਤਾ ਸੀ, ਬਲੱਡ ਵੈਡਿੰਗ ਨੈਸ਼ਨਲ ਸਕੂਲ ਡਰਾਮਾ ਰੈਪਟਰੀ ਨਾਲ ਕੀਤਾ ਮੈਂ, ਪਾਤਰ ਜੀ ਦਾ ਹੀ ਅਨੁਵਾਦ ਕੀਤਾ ਹੋਇਆ। ਉਹਨਾਂ ਕੋਲੋਂ ਹੀ ਹਿੰਦੀ ਵਿੱਚ ਥੋੜਾ ਜਿਹਾ ਕਰਵਾਇਆ ਮਹਿੰਦਰ ਜੀ ਦੇ ਸਹਿਯੋਗ ਨਾਲ, ਤੇ ਪਰ ਗਾਣੇ ਅਸੀਂ ਪਾਤਰ ਜੀ ਦੇ ਹੀ ਰੱਖੇ। ਅੱਗ ਦੇ ਕਲੀਰੇ ਨਾਮ ਮੈਂ ਬਲੱਡ ਵੈਡਿੰਗ ਹੀ ਰੱਖਿਆ। ਪਾਤਰ ਜੀ ਦਾ ਤੇ ਮੇਰਾ ਬਹੁਤ ਪੁਰਾਣਾ ਸੰਬੰਧ ਹੈ। ਉਹਨਾਂ ਤੋਂ ਬਗੈਰ ਤੇ ਮੇਰਾ ਨਾਟਕ ਹੋ ਹੀ ਨਾ ਸਕੇ, ਕਿਉਂਕਿ ਮੈਂ ਸੋਚਦੀ ਹਾਂ ਜੋ ਉਹ ਸਮਝਦੇ ਹੈ ਨਾ ਭਾਸ਼ਾ ਨੂੰ, ਐਕਟਰ ਕਿਸ ਤਰ੍ਹਾਂ ਬੋਲਦਾ ਹੈ, ਉਹ ਇਟਸ ਕੁਆਇਟ ਅਨਯੂਜੂਅਲ ਫॉर somebody who's not coming from theatre। ਉਹਨਾਂ ਨੂੰ ਬਿਲਕੁਲ ਪਤਾ ਕਿ ਐਕਟਰ ਜਦ ਬੋਲਦਾ ਹੈ ਕਿਹੜੇ ਲਫ਼ਜ਼ ਇਸਤੇਮਾਲ ਕਰਨੇ ਚਾਹੀਦੇ ਆ ਅਨੁਵਾਦ ਵਿੱਚ। ਮੈਡਮ, ਪਾਤਰ ਸਾਹਿਬ ਬਾਰੇ ਮੇਰੇ ਮਨ ਵਿੱਚ ਸਵਾਲ ਆਇਆ ਸੀਗਾ, ਪਰ ਮੈਂ ਉਹ ਇਸ ਕਰਕੇ ਸਵਾਲ ਖਾ ਲਿਆ ਕਿ ਤੁਹਾਡੇ ਸਮੇਂ ਨੂੰ ਸਾਹਮਣੇ ਰੱਖ ਕੇ, ਤੇ ਥੋੜਾ ਜਿਹਾ ਦੱਸੋ, ਉਹਨਾਂ ਲੰਬਾ ਸਮਾਂ ਤੁਸੀਂ ਪਾਤਰ ਸਾਹਿਬ ਨੇ ਤੁਹਾਡੇ ਨਾਲ ਕੰਮ ਕੀਤਾ, ਤੁਹਾਡੇ ਲਈ ਕੰਮ ਕੀਤਾ ਉਹਨਾਂ ਨੇ, ਤੇ ਉਹ ਇੱਕ ਪੋਇਟ ਦੇ ਤੌਰ ਤੇ ਅਸੀਂ ਉਹਨਾਂ ਨੂੰ ਜਾਣਦੇ ਹਾਂ, ਇੱਕ ਚੰਗੇ ਇਨਸਾਨ ਦੇ ਤੌਰ ਤੇ ਜਾਣਦੇ ਹਾਂ, ਤੇ ਤੁਹਾਡੇ ਨਾਟਕ ਦੇ ਵਿੱਚ ਕਿਸ ਤਰ੍ਹਾਂ ਉਹ ਹੈਲਪਫੁਲ ਹੋਏ, ਜਾਂ ਕਿਸ ਤਰ੍ਹਾਂ ਤੁਹਾਡੀ ਸੈਟੀਸਫੈਕਸ਼ਨ ਦੇ ਮੁਤਾਬਕ ਉਹਨਾਂ ਨੇ ਕੰਮ ਕੀਤਾ, ਉਹਦੇ ਬਾਰੇ ਵੀ 2-4 ਗੱਲਾਂ ਕੋਈ ਦੱਸੋ। I think I really do genuinely believe कि पात्र जी ने जो adaptations, translations, to locate the play in a particular space has been very responsible for my good work। मेरा काम इन्ना शायद एक लेवल ते ना पहुंचता अगर पात्र जी ਨਾਲ ਸੰਬੰਧ ਨਾ ਹੁੰਦਾ। ਉਹ ਬਹੁਤ he's an incredible man, he's incredibly talented। ਉਹ ਤੇ ਮੇਰੇ ਕਹਿਣ ਨਾਲ ਸਭ ਪੰਜਾਬੀਆਂ ਨੂੰ ਪਤਾ ਹੈ ਕਿ ਪਾਤਰ ਜੀ ਦੀ ਕਿੰਨੀ ਜ਼ਿਆਦਾ ਇੱਕ ਜ਼ੁਬਾਨ ਉੱਤੇ ਸਮਝ ਹੈ, ਪਰ ਉਹ ਪਰਫਾਰਮੈਂਸ ਵੀ ਬੜੀ ਅੱਛੀ ਤਰ੍ਹਾਂ ਸਮਝਦੇ ਹੈ। ਔਰ ਕਿਤੇ ਨਾ ਕਿਤੇ ਸਾਡਾ ਸੰਬੰਧ ਬਹੁਤ ਹੀ ਮੀਨਿੰਗਫੁਲ, ਬਹੁਤ ਹੀ ਅੱਛਾ ਰਿਹਾ ਹੈਗਾ। ਉਹਨਾਂ ਨੇ ਐਸਾ ਕੋਈ ਕਿਚਨ ਕਥਾ ਪੂਰਾ ਨਵਾਂ ਪਲੇਕ ਲਿਖਿਆ ਜੋ ਜਿਹਦੇ 100 ਤੋਂ ਉੱਤੇ ਸ਼ੋਜ਼ ਹੋ ਚੁੱਕੇ। ਇੱਕ ਪਲੇ ਲਿਖਿਆ ਸਿੱਬੋ ਇਨ ਸੁਪਰਮਾਰਕੀਟ, ਇੱਕ ਪਲੇ ਲਿਖਿਆ ਉਹਨਾਂ ਨੇ, ਮਤਲਬ 3-4 ਉਹਨਾਂ ਨੇ ਤਾਜ਼ੇ ਪਲੇ ਲਿਖੇ। ਮੈਂ ਖਾਲੀ ਇੱਕ ਆਈਡੀਆ ਦਿੱਤਾ, 4 ਲਾਈਨਾਂ ਦਿੱਤੀਆਂ, ਉਹਨਾਂ ਨੇ 4 ਲਾਈਨਾਂ ਵਿੱਚੋਂ, ਜਿਸ ਤਰ੍ਹਾਂ ਸੂਟ ਜਿੱਦਾਂ ਤੁਸੀਂ ਰੈਫਰੈਂਸ ਲਿੱਤਾ, ਇੱਕ ਸਾਊਥ ਅਫਰੀਕਨ ਸ਼ਾਰਟ ਸਟੋਰੀ ਹੈ 2 ਪੇजेस ਦੀ, ਉਹਨਾਂ ਨੇ ਕੀ ਨਹੀਂ ਭਰਿਆ ਉਹਦੇ ਵਿੱਚ। ਮਤਲਬ ਕੈਰੈਕਟਰ ਦਾ ਇੱਕ ਪ੍ਰੈਜ਼ੈਂਸ ਹੁੰਦਾ ਹੈ, ਉਹਨਾਂ ਨੇ ਉਸ ਪ੍ਰੈਜ਼ੈਂਸ ਤੱਕ ਨੂੰ ਕਿਸ ਤਰ੍ਹਾਂ ਡਿਵੈਲਪ ਕੀਤਾ। ਕਿਚਨ ਕਥਾ ਵਿੱਚ ਇੱਕ ਮੈਂ ਉਹਨਾਂ ਨੂੰ ਅਗੇਨ ਕਹਾਣੀ ਦਿੱਤੀ, ਪਰ ਉਹਨਾਂ ਨੇ ਕਿਸ ਤਰ੍ਹਾਂ ਡਿਵੈਲਪ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਉਹਦੇ ਵਿੱਚ ਪੰਜਾਬੀਅਤ, ਗਾਣੇ, ਰੈਸਿਪੀਜ਼, ਮਤਲਬ ਹੀ ਇਜ਼ ਰੀਅਲੀ ਅ ਜੀਨੀਅਸ। ਪੰਜਾਬ ਦੇ ਨਾਟਕ ਨਾਲ ਜੁੜੇ ਹੋਏ ਬਹੁਤ ਇੱਕ ਹਸਤੀ ਜਿਹੜੇ ਸਮਝੇ ਜਾਂਦੇ ਆ, ਸਾਹਿਬ ਸਿੰਘ ਹੁਣੀ, ਉਹ ਇਹ ਅੱਜ ਦਾ ਲੈਕਚਰ ਜਾਂ ਇਹ ਵਿਚਾਰ ਸੁਣ ਰਹੇ ਆ, ਦੇਖ ਰਹੇ ਆ, ਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਆਪਣੇ ਸਾਰੇ ਜਿਹੜੇ ਉਹਨਾਂ ਦੇ ਸਹਿਕਰਮੀ ਜਾਂ ਉਹਨਾਂ ਦੇ ਇਸ ਪੇਸ਼ੇ ਨਾਲ ਜੁੜੇ ਹੋਏ ਲੋਕ, ਉਹਨਾਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਕੋਈ ਇਸ ਤਰ੍ਹਾਂ ਦਾ ਐਫਰਟ ਕਰਨ, ਕੋਈ ਕੋਸ਼ਿਸ਼ ਕਰਨ ਕਿ ਮੈਡਮ ਨੀਲਮ ਮਾਨ ਸਿੰਘ ਹੁਣਾਂ ਦੀ ਪੰਜਾਬ ਦੇ ਵਿੱਚ ਕੋਈ ਚੰਗੀ ਹਾਜ਼ਰੀ ਲੱਗ ਸਕੇ, ਅੰਮ੍ਰਿਤਸਰ, ਜਲੰਧਰ, ਫਗਵਾੜੇ, ਉਹਦੇ ਵਿੱਚ ਅਸੀਂ ਵੀ ਕੁਛ ਨਾ ਕੁਛ ਕੋਸ਼ਿਸ਼ ਕਰ ਸਕਾਂਗੇ। ਸਾਨੂੰ ਪਰ ਪਤਾ ਨਹੀਂ ਹਲੇ ਕਿ ਅਸੀਂ ਕਿਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਹੈ ਜਾਂ ਕਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ। ਕੇਵਲ ਧਾਲੀਵਾਲ ਨੇ ਤੇ ਬਹੁਤ ਕੀਤਾ ਹੈ। ਤੇ ਅਸੀਂ ਮੈਡਮ ਜ਼ਰੂਰ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਥੇ ਪੰਜਾਬ ਵਿੱਚ ਦੇਖਣ ਦੀ। ਹਾਂਜੀ, ਜ਼ਰੂਰ ਤੇ ਬੁਲਾਓ, ਅਸੀਂ ਹਾਜ਼ਰ। ਹਾਂ ਜ਼ਰੂਰ ਮੈਡਮ।
ਬਹੁਤ ਵਧੀਆ ਲੱਗਿਆ ਤੁਹਾਡੇ ਕੋਲੋਂ ਨਾਟਕ ਦਾ ਜਿਹੜਾ ਪੂਰਾ ਮਾਹੌਲ, ਪੂਰਾ ਵਾਤਾਵਰਨ, ਪੂਰਾ ਇਤਿਹਾਸ, ਪੂਰਾ ਕਨਸੈਪਟ ਜਿਹੜਾ ਸਾਨੂੰ ਥੀਏਟਰ ਦਾ ਸਮਝ ਲੱਗਿਆ ਤੇ ਕਿਸ ਤਰ੍ਹਾਂ ਦਾ ਤੁਸੀਂ ਰਿਗਰ ਜਿਹੜਾ ਤੁਸੀਂ ਕਰਦੇ ਆ, ਤੁਸੀਂ ਮਿਹਨਤ ਕਰਦੇ ਆ ਔਰ ਇੱਕ ਸੱਭਿਆਚਾਰਕ, ਇੱਕ ਪਰਿਵਾਰਕ ਤੇ ਉਸ ਤਰ੍ਹਾਂ ਦੇ ਲੋਕਾਂ ਨਾਲ ਜੁੜ ਕੇ ਜਿਹੜਾ ਤੁਸੀਂ ਕਰਦੇ ਆ ਮੈਡਮ, ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਫਿਰ ਵੀ ਕਿਸੇ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤੁਹਾਡੀ ਕੋਈ ਗੱਲ ਆ ਰਹੀ ਹੈ ਤੁਹਾਡੇ ਜ਼ਿਹਨ 'ਚ, ਤੁਸੀਂ ਕਰ ਲਓ ਜੀ। ਨਹੀਂ, thank you so much ਤੇ for giving me this opportunity. बहुत अच्छा लगा. ਬਹੁਤ ਮਿਹਰਬਾਨੀ ਮੈਡਮ। Thank you. ਐ ਪੰਜਾਬ